सतनाम श्री वाहिगुरु जी। डंडौत बंदन अनकबार, सर्ब कला समरथ। डोलन ते राखो प्रभु, नानक दे कर हथ। हर बेअंत हाउ मित कर बरनाओ, क्या जाना होए कै सोरे। कराओ बेनती सतगुरे अपने, मैं मूर्ख देहो उपदेश सोरे। गुरपूरा मेरा गुरपूरा, पार ब्रह्म का नाम दृढ़ाए। सगल विनाशे रोग कूरा, सतनाम श्री वाहिगुरु जी। गौड़ी महला पंजवा। तिस गुर को सिमराओ सास सास। गुर मेरे प्राण सतगुर मेरी रास। तिस गुर को सिमराओ सास सास। वाहिगुरु जी का खालसा, वाहिगुरु जी की फतेह। सतगुरु गरीब नवाज दसां पातशाहियां दे हिरदा सरूप, चवर तख्त छत्र दे मालक, जुगो जुग अटल। धन गुरु ग्रंथ साहिब जी दी साजी नवाजी, परम सन्मानयोग गुरु का रूप खालसा साध संगत जीओ। सतगुरां दी कृपा बख्शिश दा सदका, जो हजूर दी पावन पवित्र अमृतमई श्री मुखवाक परम पवित्र गुरबाणी दी लड़ीवार कथा विचार आरंभ होई हुई है। सतगुरां ਦੀ ਬਖਸ਼ਿਸ਼ ਨਾਲ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 239 ਤੱਕ ਪਹੁੰਚੀ ਹੈ ਔਰ ਗੁਰੂ की ਕਿਰਪਾ ਦੁਆਰਾ ਇਸ ਤੋਂ ਅੱਗੇ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹਾ ਪ੍ਰਾਪਤ ਕਰੀਏ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਅਸ਼ਟਪਦੀ ਉਚਾਰਨ ਕਰਦੇ ਹਨ। पिछली अष्टपदी के अखीरले बचन हैं कि गुर का बचन जाग्या मेरा कर्म, नानक गुर भेटिया पार ब्रह्म। भाई सानू तो पार ब्रह्म स्वरूप सतगुरु महाराज जी मिले हैं, जिन्हां दी बख्शिश नाल जिन्हां दे बचनां नाल मेरा भला कर्म भाग जाग्या है। और जिहड़े सतगुरु की बख्शिश नाल बहुत कुछ दातां मिलियां हैं, ਹੁਣ ਉਸ ਸਤਿਗੁਰੂ ਮਹਾਰਾਜ ਦੀ ਹੋਰ ਮਹਿਮਾ ਕਰਦੇ ਨੇ। ਤਿਸ ਗੁਰ ਕੋ ਸਿਮਰਾਓ ਸਾਸ ਸਾਸ। ਐਸੇ ਸਤਿਗੁਰੂ ਮਹਾਰਾਜ ਦੇ ਪ੍ਰਤੀ ਐਸੀ ਭਾਵਨਾ ਸ਼ਰਧਾ ਹੋਣੀ ਚਾਹੀਦੀ ਹੈ ਕਿ ਤਿਸ ਸਤਿਗੁਰੂ ਮਹਾਰਾਜ ਨੂੰ ਮੈਂ ਸਿਮਰਦਾ ਹਾਂ, ਚੇਤੇ ਕਰਦਾ ਹਾਂ ਹਰ ਇੱਕ ਸਾਹ ਸਾਹ ਨਾਲ, ਆਉਂਦੇ ਜਾਂਦੇ ਸਵਾਸ ਨਾਲ। ਐਸੇ ਸਤਿਗੁਰੂ ਮਹਾਰਾਜ ਨੂੰ ਮੈਂ ਸਿਮਰਦਾ ਹਾਂ। और गुरु महाराज नाल ऐसा प्रेम है कि गुर मेरे प्राण। सतगुरु महाराज जी मेरे प्राण हैं, मेरे सवास रूप ने। जिवें सवास शरीर का आधार होंदे ने, सवास चलते हैं तो शरीर जिउंदा जागदा। मतलब है कि इस तरह साडी आत्मा का सहारा रूप हैं सतगुरु महाराज। सतगुरु मेरी रास। सतगुरु महाराज सच्चे पातशाह मेरे आत्मिक जीवन की रास पूंजी हैं। रहाओ जिमें आम संसारी लोगों ने रास सरमाया पूंजी जमा की होंगी है, कहते मेरे सतगुरु ही मेरी रास हैं, मेरी पूंजी हैं, मेरा सरमाया हैं। रहाओ गुर का दर्शन देख देख जीवा। ਜਦੋਂ ਮੈਂ ਸਤਿਗੁਰੂ ਦਾ ਦਰਸ਼ਨ ਵੇਖਦਾ ਹਾਂ ਤਾਂ ਦਰਸ਼ਨ ਵੇਖ ਵੇਖ ਕੇ, ਦਰਸ਼ਨ ਕਰ ਕਰਕੇ ਮੈਨੂੰ ਆਤਮਿਕ ਜੀਵਨ ਪ੍ਰਦਾਨ ਹੁੰਦਾ, ਪ੍ਰਾਪਤ ਹੁੰਦਾ। ਮੈਂ ਜਿਉਂਦੇ ਜਾਗਦਿਆਂ ਇਨਸਾਨਾਂ ਵਿੱਚ ਸ਼ਾਮਲ ਹੋ ਜਾਂਦਾ। ਅਸਲ ਜ਼ਿੰਦਗੀ ਆਤਮਿਕ ਜ਼ਿੰਦਗੀ ਹੈ ਅਤੇ ਉਹ ਸਤਿਗੁਰੂ ਦੇ ਦਰਸ਼ਨ ਕਰ ਕਰਕੇ ਪ੍ਰਾਪਤ ਹੁੰਦੀ ਹੈ। ਗੁਰ ਕੇ ਚਰਨ ਧੋਏ ਧੋਏ ਪੀਵਾ। ਐਸੇ ਸਤਿਗੁਰੂ ਦੇ ਪ੍ਰਤੀ ਐਸੀ ਭਾਵਨਾ ਹੈ ਕਿ ਉਹਨਾਂ ਦੇ ਪਵਿੱਤਰ ਮੁਬਾਰਕ ਚਰਨ ਧੋ ਧੋ ਕੇ ਜਲ ਦੇ ਨਾਲ ਉਹਨਾਂ ਦੇ ਚਰਨਾਂ ਦਾ ਧੋਣ ਮੈਂ ਪੀਂਦਾ ਹਾਂ ਜਾਂ ਪੀਵਾਂ, ਪੀ ਲਵਾਂ। ਇਹ ਮੇਰੀ ਭਾਵਨਾ ਹੈ ਕਿ ਸਤਿਗੁਰੂ ਦੇ ਚਰਨ ਧੋ ਧੋ ਕੇ ਉਹਨਾਂ ਦੇ ਚਰਨਾਂ ਵਾਲਾ ਜਲ ਮੈਂ ਪੀ ਲਵਾਂ, ਛਕ ਲਵਾਂ। ਗੁਰ ਕੀ ਰੇਣ ਨਿਤ ਮੱਜਨ ਕਰੋ। ਔਰ ਇੱਛਾ ਹੈ ਕਿ ਸਤਿਗੁਰੂ ਮਹਾਰਾਜ ਦੀ ਜਿਹੜੀ ਚਰਨ ਧੂੜ ਹੈ, ਉਸ ਚਰਨ ਧੂੜੀ ਵਿੱਚ ਮੈਂ ਨਿਤ ਹੀ ਆਪਣਾ ਮੱਜਨ, ਪੁਰਬਾਂ ਦੇ ਸਮੇਂ ਜਿਹੜਾ ਤੀਰਥਾਂ 'ਤੇ ਜਾ ਕੇ ਇਸ਼ਨਾਨ ਕੀਤਾ ਜਾਂਦਾ, ਉਹ ਮੱਜਨ ਪਵਿੱਤਰ ਇਸ਼ਨਾਨ ਉਹਨਾਂ ਦੇ ਚਰਨਾਂ ਦੀ ਧੂੜੀ ਕਰਕੇ ਮੈਂ ਕਰਾਂ।
ਭਾਵਨਾ ਹੈ। ਜਨਮ ਜਨਮ ਕੀ ਹਉਮੈ ਮਲ ਹਰਾ, ਤੇ ਉਸ ਚਰਨ ਧੂੜੀ ਵਿੱਚ ਇਸ਼ਨਾਨ ਕਰਨ ਦਾ ਪ੍ਰਤਾਪ ਕੀ ਹੈ ਕਿ ਜਨਮਾਂ ਜਨਮਾਂਤਰਾਂ ਦੀ ਜਿਹੜੀ ਹੰਗਤਾ ਕਰਕੇ ਮੈਲ ਲੱਗੀ ਮਨ ਨੂੰ, ਅਥਵਾ ਹੰਗਤਾ ਅਤੇ ਵਿਕਾਰਾਂ ਦੀ ਮੈਲ, ਇਹ ਮੈਂ ਹਰ ਲਵਾਂ, ਨਾਸ ਕਰ ਲਵਾਂ। ਮੇਰੇ ਅੰਦਰ ਇਹ ਭਾਵਨਾ ਵਿਸ਼ਵਾਸ ਹੈ ਕਿ ਸਤਿਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਮੈਂ ਇਸ਼ਨਾਨ ਕਰਾਂ ਤਾਂ ਮੇਰੀ ਜਨਮਾਂ ਜਨਮਾਂਤਰਾਂ ਦੀ ਚੰਬੜੀ ਹੋਈ ਹਉਮੈ ਅਤੇ ਵਿਕਾਰਾਂ ਦੀ ਮੈਲ ਨਾਸ ਹੋ ਜਾਏਗੀ। ਤਿਸ ਗੁਰ ਕੋ ਚੂਲਾਵੋ ਪੱਖਾ, ਔਰ ਜਦੋਂ ਮੈਨੂੰ ਸਮਾਂ ਮਿਲੇ ਐਸੇ ਸਤਿਗੁਰੂ ਮਹਾਰਾਜ ਨੂੰ ਮੈਂ ਪੱਖਾ ਚੱਲਾਂ, ਪੱਖੇ ਦੇ ਨਾਲ ਭਾਵ ਹਵਾ ਦਿਆਂ ਉਹਨਾਂ ਨੂੰ ਗਰਮੀ ਦੇ ਸਮੇਂ 'ਚ। ਮਹਾਂ ਅਗਨ ਤੇ ਹਾਥ ਦੇ ਰਾਖਾ, ਜਿਨ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਜਿਹੜੀ ਵਿਕਾਰਾਂ ਦੀ ਤੇ ਤ੍ਰਿਸ਼ਨਾ ਦੀ ਮਹਾਨ ਅਗਨੀ ਅੰਦਰ ਬਲ ਰਹੀ ਸੀ, ਉਸ ਮਹਾਨ ਅਗਨੀ ਤੋਂ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ। ਸਾਡੇ ਅੰਦਰ ਉਹ ਅੱਗ ਨਹੀਂ ਹੁਣ ਮੱਚਦੀ, ਸ਼ਾਂਤ ਹੋ ਗਈ, ਖਤਮ ਹੋ ਗਈ ਹੈ। ਜਾਂ ਸੰਸਾਰ ਵਿੱਚ ਜਿਹੜੀ ਤ੍ਰਿਸ਼ਨਾ ਦੀ ਵਿਕਾਰਾਂ ਦੀ ਅੱਗ ਲੱਗੀ ਹੈ ਤੇ ਜਿਹਦੇ ਸੰਸਾਰ ਸੜ ਬਲ ਰਿਹਾ ਹੈ, ਉਹਦੇ ਤੋਂ ਕਿਰਪਾ ਕਰਕੇ ਹੱਥ ਦੇ ਕੇ ਸਤਿਗੁਰਾਂ ਨੇ ਬਚਾ ਲਿਆ ਹੈ। ਤਿਸ ਗੁਰ ਕੈ ਗ੍ਰਹਿ ਢੋਵਉ ਪਾਣੀ, ਐਸੇ ਸਤਿਗੁਰੂ ਮਹਾਰਾਜ ਦੇ ਘਰ ਵਿੱਚ ਸੇਵਾ ਕਰਨ ਲਈ, ਜਿਵੇਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਈ ਵਰ੍ਹੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਘਰ ਵਿੱਚ ਖਡੂਰ ਸਾਹਿਬ ਨਗਰ ਲੰਗਰ ਵਿੱਚ ਜਲ ਦੀ ਸੇਵਾ, ਇਸ਼ਨਾਨ ਵਾਸਤੇ ਜਲ ਲਿਆਉਣ ਦੀ ਸੇਵਾ, ਹੋਰ ਵੀ ਅਨੇਕਾਂ ਗੁਰਸਿੱਖ ਜਿਵੇਂ ਨਵੇਂ ਪਾਤਸ਼ਾਹ ਵੇਲੇ ਭਾਈ ਮੀਂਹਾਂ ਜਿਹੜਾ ਸੀ, ਤਾਂ ਹਜ਼ੂਰ ਨੇ ਕਿਹਾ ਸੀ ਸਾਡਾ ਮੀਂਹ ਸਾਹਿਬ ਹੈ, ਔਰ ਜਿੱਥੇ ਹਜ਼ੂਰ ਨੇ ਜਾਣਾ ਹੁੰਦਾ ਸੀ ਇੰਨਾ ਜਲ ਛਿੜਕ ਦਿੰਦਾ ਸੀ ਕਿ ਜਿਵੇਂ ਮੀਂਹ ਵਰਿਆ ਹੁੰਦਾ। ਤੇ ਇਸ ਪ੍ਰਕਾਰ ਉਹਦੀ ਇੱਕ ਸੰਪਰਦਾ ਚਲਾਤੀ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ। ਸੋ ਇਉਂ ਗੁਰਸਿੱਖ ਪਿਆਰੇ ਜਿਹੜੇ ਹਨ ਸੇਵਾ ਕਮਾਉਂਦੇ ਨੇ, ਕਹਿੰਦੇ ਤਿਸ ਗੁਰ ਕੈ ਗ੍ਰਹਿ ਢੋਵਉ ਪਾਣੀ, ਤੇ ਪਾਣੀ ਢੋਣ ਵਾਲਿਆਂ ਨੂੰ ਕਮੀ ਕਮੀਣ ਕਿਹਾ ਜਾਂਦਾ। ਮਤਲਬ ਇੰਨੀ ਨਿਮਰਤਾ ਧਾਰ ਕੇ ਨੀਵਾਂ ਹੋ ਕੇ ਸਤਿਗੁਰੂ ਮਹਾਰਾਜ ਦੇ ਦਰ ਦਾ ਮੈਂ ਪਾਣੀ ਢੋਵਾਂ, ਸਿੱਖਾਂ ਦੇ ਇਸ਼ਨਾਨ ਵਾਸਤੇ, ਸਿੱਖਾਂ ਦੇ ਛਕਣ ਵਾਸਤੇ, ਲੰਗਰ ਵਾਸਤੇ ਅਨੇਕਾਂ ਤਰ੍ਹਾਂ ਦੀ ਇਹ ਸੇਵਾ ਹੈ ਜਲ ਢੋਣ ਦੀ। ਜਿਸ ਗੁਰ ਤੇ ਅਕਲ ਗਤ ਜਾਣੀ, ਅਕਲ ਕਲਪਨਾ ਤੋਂ ਰਹਿਤ ਜੋ ਵਾਹਿਗੁਰੂ ਹੈ, ਉਸ ਪਰਮਾਤਮਾ ਦੀ ਗਤ ਪ੍ਰਾਪਤੀ ਦੀ ਸੂਝ ਬੂਝ ਮੈਂ ਜਾਣ ਲਈ ਹੈ ਜਿਨ੍ਹਾਂ ਗੁਰਾਂ ਦੁਆਰਾ। ਜਿਨ੍ਹਾਂ ਗੁਰਾਂ ਦੁਆਰਾ ਅਕਲ ਕਲਪਨਾ ਤੋਂ ਰਹਿਤ ਪਰਮਾਤਮਾ ਅਥਵਾ ਕਲਾ, ਜਿਹੜੀ ਕਲਾ ਘਟਦੀ ਵੱਧਦੀ ਨਹੀਂ, ਜਿਸ ਦੀ ਜਿਹੜਾ ਘਟਣ ਵਧਣ ਤੋਂ ਰਹਿਤ ਇੱਕ ਰਸ ਅਵਸਥਾ 'ਚ ਰਹਿਣ ਵਾਲਾ, ਉਹਦੀ ਪ੍ਰਾਪਤੀ ਦੀ ਗਤ ਮਹਿਮਾ ਜਾਂ ਉਸ ਦੀ ਪ੍ਰਾਪਤੀ ਦੀ ਸੂਝ ਬੂਝ ਜਾਣੀ ਹੈ। ਤਿਸ ਗੁਰ ਕੈ ਗ੍ਰਹਿ ਪੀਸਉ ਨੀਤ, ਐਸੇ ਸਤਿਗੁਰੂ ਦੇ ਘਰ ਵਿੱਚ ਮੈਂ ਦਾਣੇ ਚੱਕੀ 'ਚ ਪਾ ਕੇ ਨਿੱਤ ਪੀਆਂ, ਆਟਾ ਤਿਆਰ ਕਰਨ ਵਾਸਤੇ ਉਹਨਾਂ ਸਤਿਗੁਰਾਂ ਦੇ ਸਿੱਖਾਂ ਸੇਵਕਾਂ ਦੀ ਸੇਵਾ ਕਮਾਉਣ ਲਈ। ਜਿਸ ਪ੍ਰਸਾਦ ਵੈਰੀ ਸਭ ਮੀਤ, ਜਿਨ੍ਹਾਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਹੜੇ ਪਹਿਲਾਂ ਮੈਨੂੰ ਵੈਰੀ ਪ੍ਰਤੀਤ ਹੁੰਦੇ ਸੀ, ਉਹ ਸਾਰੇ ਵੈਰੀ ਮਿੱਤਰ ਬਣ ਗਏ। ਹੁਣ ਮਿੱਤਰ ਦ੍ਰਿਸ਼ਟੀ ਜਾਗ ਪਈ ਹੈ, ਕੋਈ ਵੀ ਵੈਰੀ ਨਹੀਂ ਦਿਸਦਾ, ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਐਸੀ ਅਵਸਥਾ ਸਤਿਗੁਰਾਂ ਬਣਾਤੀ ਹੈ, ਹੁਣ ਵੈਰੀ ਕੋਈ ਨਹੀਂ ਦਿਸਦਾ, ਸਾਰੇ ਮਿੱਤਰ ਹੀ ਪ੍ਰਤੀਤ ਹੁੰਦੇ ਨੇ। ਅਥਵਾ ਜਿਹੜੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਵੈਰੀ ਸਨ, ਉਹ ਸਭ ਮਿੱਤਰ ਬਣ ਗਏ ਹਨ, ਅਧੀਨ ਹੋ ਗਏ ਨੇ। ਜਿਨ ਗੁਰ ਮੋਕੋ ਦੀਨਾ ਜੀਓ, ਜਿਨ੍ਹਾਂ ਸਤਿਗੁਰਾਂ ਨੇ ਮੇਰੇ ਤਾਈਂ ਜਿੰਦ ਬਖਸ਼ੀ ਹੈ, ਸੋ ਇਸ ਪ੍ਰਕਾਰ ਅਸਲੀ ਜੀਵਨ ਬਖਸ਼ਿਆ ਹੈ। ਜਿਨ੍ਹਾਂ ਸਤਿਗੁਰਾਂ ਨੇ ਆਪਣਾ ਦਾਸਰਾ ਆਪੇ ਮੁੱਲ ਲਿਓ, ਮੈਂ ਹੈ ਹੀ ਉਹਨਾਂ ਦਾ ਸੀ ਤੇ ਆਪਣਾ ਦਾਸਰਾ ਜਾਣ ਕੇ ਉਹਨਾਂ ਆਪ ਹੀ ਪ੍ਰੇਮ ਦੀ ਖਿੱਚ ਕਰਕੇ ਮੈਨੂੰ ਮੁੱਲ ਖਰੀਦ ਲਿਆ ਹੈ। ਜਿਵੇਂ ਬਚਨ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਮੁੱਲ ਲੈਣਾ ਹੁੰਦਾ ਮਤਲਬ ਭਈ ਐਸੀ ਪ੍ਰੀਤ ਕਰਨੀ, ਐਸੀ ਬਖਸ਼ਿਸ਼ ਕਰਨੀ ਕਿ ਮਨ ਖਿੱਚਿਆ ਜਾਣਾ, ਮਨ ਜੋੜੀ ਜਾਣਾ। ਸਤਿਗੁਰਾਂ ਨੇ ਆਪਣੇ ਦਾਸਰੇ ਨੂੰ ਆਪ ਹੀ ਮੁੱਲ ਖਰੀਦ ਲਿਆ ਹੈ। ਮੈਂ ਉਹਨਾਂ ਦਾ ਮੁੱਲ ਖਰੀਦਿਆ ਹੋਇਆ ਦਾਸ ਗੁਲਾਮ ਬਣ ਗਿਆ ਹਾਂ। ਆਪੇ ਲਾਇਓ ਆਪਣਾ ਪਿਆਰ, ਆਪ ਹੀ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਲਾ ਦਿੱਤਾ, ਹਿਰਦੇ ਅੰਦਰ ਜਗਾ ਦਿੱਤਾ। ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ। ਇਸ ਵਾਸਤੇ
ਮੇਰੀ ਇੱਛਾ ਹੈ ਕਿ ਸਦਾ ਸਦਾ ਹਮੇਸ਼ਾ ਹਮੇਸ਼ਾ ਦਿਨੇ ਰਾਤ ਐਸੇ ਸਤਿਗੁਰਾਂ ਨੂੰ ਮੈਂ ਨਮਸਕਾਰਾਂ ਹੀ ਕਰਦਾ ਰਹਾਂ। ਕੱਲ ਕਲੇਸ਼ ਭੈ ਭਰਮ ਦੁੱਖ ਲਾਥਾ। ਕੱਲ ਜਿਹੜੀ ਮਨ ਦੀ ਕਲਪਨਾ ਹੈ ਤੇ ਕਲੇਸ਼ ਹਨ ਮਨ ਦੇ, ਰਾਗ ਦਵੈਸ਼ ਵਿਦਿਆ ਸਮਤਾ ਵੀ ਨਿਵੇਸ਼। ਭੈ ਹੈ 7 ਪ੍ਰਕਾਰ ਦਾ, 5 ਪ੍ਰਕਾਰ ਦਾ ਭਰਮ ਹੈ ਤੇ 4 ਪ੍ਰਕਾਰ ਦਾ ਸਤਿਗੁਰਾਂ ਦੁੱਖ ਦੱਸਿਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸੋ ਇਹ ਜਿਹੜੇ ਦੁੱਖ ਹਨ ਇਹ ਸਾਰਾ ਹੀ ਦੁੱਖ ਲੱਥ ਗਿਆ ਹੈ ਜਿਨ੍ਹਾਂ ਸਤਿਗੁਰਾਂ ਦੀ ਬਖਸ਼ਿਸ਼ ਨਾਲ। ਕਹੋ ਨਾਨਕ ਮੇਰਾ ਗੁਰ ਸਮਰੱਥਾ। ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਭਾਈ ਇਹੋ ਜਿਹਾ ਬਲੀ, ਐਸਾ ਸਮਰੱਥ, ਐਸੀਆਂ ਦਾਤਾਂ ਬਖਸ਼ਣ ਵਾਲਾ, ਐਸੇ ਕਰਤੱਵ ਕਰਨ ਵਾਲਾ, ਏਡੀ ਵੱਡੀ ਸਮਰੱਥਾ ਵਾਲਾ ਮੇਰਾ ਸਤਿਗੁਰੂ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਬਾਰਕ ਬਚਨ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਜਾਚਨਾ ਕਰਨ ਦਾ ਤਰੀਕਾ ਦੱਸ ਰਹੇ ਨੇ ਕਿ ਕੀ ਮੰਗੋ ਵਾਹਿਗੁਰੂ ਪਾਸੋਂ। ਹੇ ਮੇਰੇ ਗੋਬਿੰਦ, ਗੋ ਸ੍ਰਿਸ਼ਟੀ ਦੇ ਬਿੰਦ ਰੱਖਿਅਕ, ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ, ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣਨੇ ਯੋਗ ਵਾਹਿਗੁਰੂ ਜੀ, ਮਿਲੋ ਕਿਰਪਾ ਕਰਕੇ, ਭਾਵ ਪ੍ਰਗਟ ਹੋ ਤੇ ਨਾਲ ਆਪਣਾ ਨਾਮ ਬਖਸ਼ੋ। ਸੱਚੇ ਪਾਤਸ਼ਾਹ ਮਿਲੋ, ਸਾਨੂੰ ਆਪਣੇ ਨਾਲ ਮਿਲਾ ਲਓ, ਮਿਲਾਪ ਬਖਸ਼ੋ ਤੇ ਆਪਣਾ ਨਾਮ ਬਖਸ਼ੋ। ਨਾਮ ਬਿਨਾਂ ਤ੍ਰਿਗ ਤ੍ਰਿਗ ਸਨੇਹੋ। ਔਰ ਗੁਰਾਂ ਦੁਆਰਾ ਇਹ ਸਮਝ ਪੈ ਗਈ ਹੈ ਕਿ ਵਾਹਿਗੁਰੂ ਜੀ ਆਪ ਜੀ ਦੇ ਨਾਮ ਤੋਂ ਬਗੈਰ ਜਿਹੜਾ ਹੋਰ ਪ੍ਰੀਤ ਕਰਨੀ ਹੈ, ਪਿਆਰ ਕਰਨਾ, ਨੇਹੋ ਕਰਨਾ ਕਿਸੇ ਨਾਲ, ਉਹ ਸਾਰੇ ਜਿਹੜੇ ਅਸਨੇਹ ਹਨ, ਨੇਹ ਹਨ, ਲਗਾਓ ਹਨ, ਪ੍ਰੇਮ ਪਿਆਰ ਹਨ, ਉਹ ਸਾਰਾ ਪ੍ਰੇਮ ਪਿਆਰ ਤ੍ਰਿਗ ਤ੍ਰਿਗ ਲਾਹਣਤ ਯੋਗ, ਫਿਟਕਾਰ ਯੋਗ ਹੈ, ਵਿਅਰਥ ਹੈ, ਕਿਸੇ ਅਰਥ ਨਹੀਂ, ਉਹਦਾ ਕੋਈ ਲਾਭ ਨਹੀਂ ਹੈ। ਰਹਾਓ ਨਾਮ ਬਿਨਾਂ ਜੋ ਪਹਿਰਾ ਖਾਏ। ਆਪ ਜੀ ਦੇ ਨਾਮ ਤੋਂ ਬਗੈਰ ਜਿਹੜਾ ਜੀਵ ਸੁੰਦਰ ਬਸਤਰ ਪਹਿਨਦਾ ਹੈ ਔਰ 36 ਪ੍ਰਕਾਰ ਦੇ ਖਾਣੇ ਖਾਂਦਾ ਹੈ, ਜੋ ਕੂਕਰ ਜੂਠਨ ਮੈਂ ਪਾਏ, ਉਹਦਾ ਖਾਣਾ ਪੀਣਾ ਪਹਿਰਨਾ ਇੰਝ ਹੈ ਜਿਸ ਤਰ੍ਹਾਂ ਕੁੱਤਾ ਜੂਠੀਆਂ ਚੀਜ਼ਾਂ 'ਚ ਆਪਣਾ ਮੂੰਹ ਪਾਉਂਦਾ। ਜੂਠੇ ਪੱਤਲ ਪਏ ਹੋਣ, ਜੂਠੇ ਬਰਤਨ ਪਏ ਹੋਣ ਤੇ ਜੂਠ ਦੇ ਵਿੱਚ, ਜੂਠਾਂ ਦੇ ਵਿੱਚ ਹੀ ਆਪਣਾ ਮੂੰਹ ਪਾਈ ਰੱਖਦਾ ਜਿਹੜਾ ਕੁੱਤਾ ਹੈ। ਸੋ ਇਸ ਤਰ੍ਹਾਂ ਹੀ ਉਹਨਾਂ ਲੋਕਾਂ ਦਾ ਖਾਣਾ ਪੀਣਾ ਪਹਿਰਨਾ ਹੈ ਜੋ ਵਾਹਿਗੁਰੂ ਜੀ ਆਪ ਜੀ ਦੇ ਨਾਮ ਨੂੰ ਭੁਲਾ ਕੇ ਚੱਲਦੇ ਹਨ। ਨਾਮ ਤਾਂ ਹਿਰਦੇ 'ਚ ਹੈ ਨਹੀਂ, ਯਾਦ ਹੀ ਨਹੀਂ ਨਾਮ, ਤੇ ਖਾਣਾ ਪੀਣਾ ਸਭ ਚਿੱਤੇ ਹੈ, ਖਾਣਾ ਪੀਣਾ, ਹੱਸਣਾ ਸੌਣਾ। ਸੋ ਇਸ ਪ੍ਰਕਾਰ ਇਹ ਸਾਰਾ ਕੁਝ ਯਾਦ ਹੈ ਤੇ ਮੌਤ ਤੇ ਪਰਮੇਸ਼ਰ ਯਾਦ ਨਹੀਂ ਸਾਨੂੰ। ਵਿਸਰ ਗਿਆ ਹੈ ਮਰਨ ਤੇ ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਨਾਮ ਬਿਨਾਂ ਜੇਤਾ ਵਿਵਹਾਰ। ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਜਿੰਨਾ ਵੀ ਕਾਰ ਵਿਹਾਰ ਹੈ ਸਾਡਾ, ਜੋ ਮਿਰਤਕ ਮਿਥਿਆ ਸੀਗਾਰ, ਸਾਡੇ ਜੀਵਨ ਵਿੱਚ ਸਾਰੇ ਕਾਰੋ ਵਿਹਾਰ ਇੰਝ ਨੇ ਵਾਹਿਗੁਰੂ ਦੇ ਨਾਮ ਤੋਂ ਸਖਣੇ ਜੀਆਂ ਦੇ ਜੀਵਨ ਵਿੱਚ, ਜਿਸ ਤਰ੍ਹਾਂ ਕਿਸੇ ਮਿਰਤਕ ਮਰੇ ਹੋਏ ਸਰੀਰ ਨੂੰ ਸ਼ਿੰਗਾਰ ਲਾਈ ਜਾਈਏ, ਮੁਰਦਾ ਸਰੀਰਾਂ ਨੂੰ ਸ਼ਿੰਗਾਰੀ ਜਾਈਏ, ਸੋਹਣੇ ਸੋਹਣੇ ਬਸਤਰ ਪਾਈ ਜਾਈਏ, ਫੁੱਲਾਂ ਦੇ ਹਾਰ ਪਾਈ ਜਾਈਏ। ਜਿਵੇਂ ਸਨਾਤਨ ਮਤ ਦੇ ਅੰਦਰ ਰੀਤੀ ਹੈ ਤੇ ਉਹ ਕਈ ਸਿੱਖ ਵੀ ਸਾਡੇ ਕਰਦੇ ਨੇ, ਜੇ ਕੋਈ ਨੌਜਵਾਨ ਬੀਬੀ ਚੜ੍ਹਾਈ ਕਰ ਜੇ ਤੇ ਮੁਰਦਾ ਸਰੀਰ ਨੂੰ ਹੀ ਮਹਿੰਦੀ ਲਾਈ ਜਾਣਗੇ, ਸ਼ਿੰਗਾਰ ਕਰੀ ਜਾਣਗੇ। ਸਾਰਾ ਕੁਝ ਵਿਅਰਥ ਹੈ। ਹਜ਼ੂਰ ਨੇ ਕਿਹਾ, ਜੇ ਮ੍ਰਿਤਕ ਕੋ ਚੰਦਨ ਚੜ੍ਹਾਵਾ ਉਸ ਤੇ ਕਹੋ ਕਵਨ ਫਲ ਪਾਵੈ, ਜੇ ਮ੍ਰਿਤਕ ਕੋ ਬਿਸਟਾ ਮਾਹਿਰ ਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਸੋ ਹਜ਼ੂਰ ਕਹਿੰਦੇ ਨੇ, ਜਿਸ ਤਰ੍ਹਾਂ ਮ੍ਰਿਤਕ ਮਰੇ ਸਰੀਰ ਨੂੰ ਸ਼ਿੰਗਾਰ ਲਾਉਣਾ, ਸ਼ਿੰਗਾਰਨਾ, ਸਵਾਰਨਾ ਮਿਥਿਆ ਵਿਅਰਥ ਹੀ ਹੈ, ਕਿਸੇ ਲਾਭ ਅਰਥ ਨਹੀਂ। ਨਾਮ ਵਿਸਾਰ ਕਰੇ ਰਸ ਭੋਗ। ਜਿਹੜਾ ਜੀਵ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰ ਕੇ, ਭੁਲਾ ਕੇ ਭੋਗਾਂ ਦੇ ਰਸਾਂ ਨੂੰ ਭੋਗਦਾ ਹੈ, ਭੋਗ ਪਦਾਰਥਾਂ ਦੇ ਜਿਹੜੇ ਰਸ ਹਨ ਉਹਨਾਂ ਨੂੰ ਜਿਹੜਾ ਭੋਗਦਾ ਹੈ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਉਹਨਾਂ ਰਸਾਂ ਕਸਾਂ ਨੂੰ ਭੋਗਣ ਕਰਕੇ ਸੁਪਨੇ ਮਾਤਰ ਵੀ ਸੁਖ ਦੀ ਪ੍ਰਾਪਤੀ ਨਹੀਂ ਹੈ, ਬਲਕਿ ਉਹ ਰਸਾਂ ਦੇ ਲਾਲਚ ਵਿੱਚ, ਰਸ ਦੇ ਅਧੀਨ ਹੋ ਕੇ ਜ਼ਿਆਦਾ ਭੋਗ ਪਦਾਰਥ ਖਾ ਲਏ ਜਾਣ ਤਾਂ ਤਨ ਸਰੀਰ ਅੰਦਰ ਰੋਗ ਪੈਦਾ ਹੋ ਜਾਂਦਾ। ਨਾਮ ਤਿਆਗ ਕਰੇ ਅਨ ਕਾਜ। ਵਾਹਿਗੁਰੂ ਦਾ ਨਾਮ ਜੀਵਨ ਵਿੱਚ ਹੈ ਹੀ ਨਹੀਂ, ਤਿਆਗ ਹੀ ਛੱਡਿਆ।
ਰੱਬ ਦੇ ਨਾਮ ਨੂੰ ਤਿਆਗ ਕੇ ਜਿਹੜਾ ਜੀਵ ਅਨ ਕਾਜ ਹੋਰ ਕਾਜ ਕਾਰੋ ਵਿਹਾਰ ਕਰਦਾ ਫਿਰਦਾ, ਬਿਨਸ ਜਾਏ ਝੂਠੇ ਸਭ ਪਾਜ, ਇਹ ਸਾਰੇ ਜਿਹੜੇ ਕਾਰਜ ਹਨ ਉਹ ਪਾਜ ਰੂਪ ਨੇ, ਪਾਜ ਵਿਖਾਵੇ, ਸਾਰੇ ਵਿਖਾਵੇ ਝੂਠੇ ਹਨ। ਅਤੇ ਜਿਹੜਾ ਉਹਨਾਂ ਵਿਖਾਵਿਆਂ 'ਚ ਫਸਿਆ ਹੋਇਆ ਅੰਤ ਨੂੰ ਬਿਨਸ ਜਾਏਗਾ, ਉਹਦਾ ਆਤਮਿਕ ਜੀਵਨ ਬਰਬਾਦ ਹੋ ਜਾਏਗਾ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਵਾਹਿਗੁਰੂ ਦੇ ਨਾਮ ਸੰਗ ਸਾਥ ਆਪਣੇ ਮਨ ਅੰਦਰ ਪ੍ਰੀਤ ਨਹੀਂ ਲਾਉਂਦਾ, ਪਰਮਾਤਮਾ ਦੇ ਨਾਮ ਨਾਲ ਆਪਣੇ ਮਨ ਅੰਦਰ ਪ੍ਰੀਤ ਹੀ ਨਹੀਂ ਜੋੜਦਾ ਹੈ ਤਾਂ ਅਜਿਹਾ ਵਿਅਕਤੀ ਕੋਟ ਕਰਮ ਕਰਤੋ ਨਰਕ ਜਾਵੇ। ਰੱਬ ਦਾ ਨਾਮ ਤਾਂ ਯਾਦ ਨਹੀਂ, ਹੋਰ ਵਿਖਾਵੇ ਦੇ ਕਰਮ ਬੜੇ ਕਰਦਾ, ਦਾਨ ਕਰਦਾ ਹੈ, ਤੀਰਥ ਨਹਾਉਂਦਾ ਹੈ ਜਾਂ ਤਪੱਸਿਆ ਕਰਦਾ, ਹੋਰ ਅਨੇਕਾਂ ਕਰੋੜਾਂ ਕਰਮ ਕਰਦਾ ਰਹੇ। ਜੇ ਵਾਹਿਗੁਰੂ ਦੇ ਨਾਮ ਨਾਲ ਮਨ ਅੰਦਰ ਪ੍ਰੀਤ ਨਹੀਂ ਲਾਉਂਦਾ ਤਾਂ ਕਰੋੜਾਂ ਕਰਮ ਕਰਦਾ ਹੋਇਆ ਅੰਤ ਨਰਕ ਨੂੰ ਹੀ ਜਾਂਦਾ ਹੈ। ਹਰਿ ਕਾ ਨਾਮ ਜਨ ਮਨ ਨਾ ਆਰਧ, ਜਿਸ ਮਨੁੱਖ ਨੇ ਹਰੀ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਮਨ ਵਿੱਚ ਨਹੀਂ ਆਰਾਧਿਆ, ਨਹੀਂ ਸਿਮਰਿਆ, ਨਹੀਂ ਧਿਆਇਆ, ਚੋਰ ਕੀ ਨਿਆਏ ਜਮਪੁਰ ਬੱਧ, ਜਮਾਂ ਦੀ ਪੁਰੀ ਵਿੱਚ ਬੰਨਿਆ ਹੋਇਆ ਉਹ ਇੰਝ ਚੋਟਾਂ ਸਹਾਰਦਾ, ਇੰਝ ਕੁੱਟ ਖਾਂਦਾ ਹੈ ਜਿਵੇਂ ਕੋਈ ਸੰਨ ਦੇ ਵਿੱਚ ਸੰਨ ਲਾਉਂਦਾ ਚੋਰ ਪਕੜਿਆ ਜਾਏ ਅਤੇ ਉਹਨੂੰ ਕੁੱਟ ਪੈਂਦੀ, ਉਹਨੂੰ ਮਾਰ ਪੈਂਦੀ ਹੈ। ਇਸ ਤਰ੍ਹਾਂ ਸੰਨ ਵਿੱਚ ਪਕੜੇ ਹੋਏ ਚੋਰ ਦੀ ਨਿਆਈ ਉਹ ਜਮਾਂ ਦੀ ਪੁਰੀ 'ਚ ਬੱਝਾ ਹੋਇਆ ਮਾਰ ਸਹਾਰਦਾ ਹੈ। ਲਾਖ ਅਡੰਬਰ ਬਹੁਤ ਵਿਸਥਾਰਾ, ਲੱਖਾਂ ਅਡੰਬਰ ਵਿਖਾਵੇ ਜੋ ਕਰਨੇ ਹਨ, ਬਹੁਤ ਵਿਸਥਾਰ ਫੈਲਾ ਕਰਨਾ, ਬਹੁਤਾ ਵਿਸਥਾਰ ਕਰਨਾ ਜਾਇਦਾਦ ਦਾ, ਅਤੇ ਇਸ ਤਰ੍ਹਾਂ ਬੜੇ ਖਿਲਾਰੇ ਖਿਲਾਰਨੇ ਹਨ, ਲੱਖਾਂ ਅਡੰਬਰ ਰਚਣੇ ਨੇ, ਵਿਖਾਵੇ ਦੇ ਕਰਮ ਕਰਨੇ ਹਨ। ਨਾਮ ਬਿਨਾਂ ਝੂਠੇ ਪਸਾਰਾ, ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਇਹ ਸਾਰੇ ਪਸਾਰ ਨੇ ਝੂਠੇ ਹੀ ਹਨ। ਹਰ ਕਾ ਨਾਮ ਸੋਈ ਜਨ ਲੈ, ਪਰ ਹਜ਼ੂਰ ਕਹਿੰਦੇ ਨੇ ਬੰਦੇ ਦੇ ਜੀਵ ਦੇ ਵੱਸ ਵੀ ਕੀ ਇਹਨਾਂ ਸੰਸਾਰੀਆਂ ਦੇ। ਹਰੀ ਅਕਾਲ ਪੁਰਖ ਦਾ ਨਾਮ ਉਹੀ ਜਨ ਸੇਵਕ ਭਗਤ ਲੈਂਦਾ ਹੈ, ਯਾਨੀ ਨਾਮ ਸਿਮਰਦਾ ਹੈ, ਧਿਆਉਂਦਾ ਹੈ। ਕਰ ਕਿਰਪਾ ਨਾਨਕ ਜਿਸ ਦੇ ਉੱਪਰ ਕਿਰਪਾ ਕਰਕੇ ਵਾਹਿਗੁਰੂ ਜਿਸ ਨੂੰ ਆਪਣਾ ਨਾਮ ਦਿੰਦਾ ਹੈ, ਬਖਸ਼ਦਾ ਹੈ। ਕਿਉਂਕਿ ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੀਰਲੀਆਂ ਪੰਕਤੀਆਂ ਵਿੱਚ ਇਹ ਵਾਹਿਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਦਰਸਾ ਦਿੱਤੀ ਹੈ ਕਿ ਨਾਮ ਵਾਹਿਗੁਰੂ ਦੀ ਬਖਸ਼ਿਸ਼ ਨਾਲ, ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਮਤਲਬ ਹੈ ਕਿ ਮੰਗਣਾ ਨਾਮ ਚਾਹੀਦਾ। ਵੱਡੀ ਦਾਤ ਵਾਹਿਗੁਰੂ ਜੀ ਦਾ ਨਾਮ ਹੈ, ਸਿਮਰਨ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮੁਬਾਰਕ ਬਚਨ ਫਰਮਾਉਂਦੇ ਨੇ, ਆਦਿ ਮੱਧ ਜੋ ਅੰਤ ਨਿਭਾ ਹੈ। ਜਿਹੜਾ ਵਾਹਿਗੁਰੂ ਪਰਮਾਤਮਾ ਆਪਣੀ ਪ੍ਰੀਤ ਨੂੰ, ਪਿਆਰ ਨੂੰ ਜਾਂ ਸਾਥ ਨੂੰ ਨਿਭਾਉਂਦਾ ਹੈ, ਆਦਿ ਤੋਂ ਲੈ ਕੇ ਮੱਧ ਤੇ ਅੰਤ ਤੱਕ। ਆਦਿ ਜਨਮ ਵੇਲੇ ਤੋਂ ਹੀ ਜਿਹੜਾ ਪ੍ਰਮਾਤਮਾ ਸਾਡਾ ਸਾਥ ਦੇ ਰਿਹਾ ਹੈ, ਉਹਦੀ ਕਿਰਪਾ ਨਾਲ ਹੀ ਮਾਂ ਦੇ ਗਰਭ ਵਿੱਚ ਜੀਵ ਗਲਿਆ ਸੜਿਆ ਨਹੀਂ, ਆਪਣਾ ਸਿਮਰਨ ਦੇ ਪ੍ਰਤ ਪਾਲਿਆ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ, ਸੋ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਂ ਦੇ ਗਰਭ ਵਿੱਚ ਜਿਸ ਨੇ ਸਾਡੀ ਰੱਖਿਆ ਕੀਤੀ ਆਦਿ ਤੋਂ, ਅਤੇ ਮੱਧ ਜਿਹੜਾ ਜੀਵਨ ਬਤੀਤ ਕਰਦਿਆਂ ਵੀ ਵਾਹਿਗੁਰੂ ਸਾਥ ਨਿਭਾਉਂਦਾ। ਅਤੇ ਜਦੋਂ ਜੀਵਨ ਕਾਲ ਦਾ ਸਮਾਂ ਪੂਰਾ ਹੋ ਜਾਂਦਾ, ਜੀਵਨ ਦੀ ਸਮਾਪਤੀ ਹੁੰਦੀ ਹੈ, ਉਹ ਜਿਹੜਾ ਅੰਤ ਹੈ ਸਰੀਰਾਂ ਦਾ, ਉਦੋਂ ਵੀ ਪ੍ਰਮਾਤਮਾ ਜੋ ਨਿਭਾਉਂਦਾ ਹੈ ਸਾਥ। ਅੱਗੇ ਅਗਲੇ ਜਹਾਨ ਵਿੱਚ ਵੀ ਵਾਹਿਗੁਰੂ ਸਹਾਈ ਹੈ। ਸੋ ਸਾਜਨ ਮੇਰਾ ਮਨ ਚਾਹ ਹੈ, ਫਿਰ ਉਹੀ ਸੱਜਣ ਹੋਇਆ ਨਾ। ਜਿਹੜਾ ਸਾਥ ਛੱਡ ਜੇ ਉਹ ਤਾਂ ਸੱਜਣ ਨਹੀਂ ਹੁੰਦਾ। ਅਤੇ ਜੋ ਸੰਸਾਰ ਹੈ ਕਿ ਮਿੱਤਰ ਭਾਈ ਦੀਸਹਿ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ। ਆਪਣੇ ਮਤਲਬ ਆਪਣੇ ਪ੍ਰਯੋਜਨ ਵਾਸਤੇ ਸੰਸਾਰ ਦੇ ਮਿੱਤਰ ਭਾਈ ਜਿਹੜੇ ਦਿਸਦੇ ਨੇ, ਸਾਨੂੰ ਮਿਲਦੇ ਨੇ। ਜਿਤ ਦਿਨ ਉਨਕਾ ਸੁਆਓ ਹੋਏ ਨਾ ਆਵੇ, ਜਿਸ ਦਿਨ ਉਹਨਾਂ ਦਾ ਪ੍ਰਯੋਜਨ ਸਾਥੋਂ ਸਿੱਧ ਨਾ ਹੋਇਆ, ਤਿਤ ਦਿਨ ਨੇੜਾ ਕੋ ਨਾ ਢੁਕਾਸਾ, ਉਸ ਦਿਨ ਨੇੜੇ ਕੋਈ ਨਹੀਂ ਢੁਕਦਾ ਹੈ। ਮਨ ਮੇਰੇ ਹਰਿ ਉੱਪਰ ਕੀਜੈ ਪ੍ਰਵਾਸਾ, ਵਾਹਿਗੁਰੂ 'ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਵਾਹਿਗੁਰੂ ਨੇ ਆਪਣਾ ਸੱਜਣ ਬਣਾਉਣਾ ਚਾਹੀਦਾ। ਕਹਿੰਦੇ ਮੇਰਾ ਮਨ ਉਸ ਸੱਜਣ ਅਕਾਲ ਪੁਰਖ ਨੂੰ ਚਾਹੁੰਦਾ ਹੈ ਕਿ ਉਹੀ ਮੇਰਾ ਸੱਜਣ ਬਣਿਆ ਰਹੇ। ਮੇਰੇ ਮਨ ਅੰਦਰ ਉਸ ਸੱਜਣ ਦੀ ਹੀ ਚਾਹਨਾ, ਇੱਛਾ ਹੈ, ਤੜਪ ਹੈ। ਹਰ ਕੀ ਪ੍ਰੀਤ ਸਦਾ ਸੰਗ ਚੱਲਦਾ, ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਦੀ ਪ੍ਰੀਤ ਹੀ ਸਦਾ ਜੀਵ ਦੇ ਸੰਗ ਸਾਥ ਚੱਲਦੀ ਹੈ। ਦਇਆਲ ਪੁਰਖ ਪੂਰਨ ਪ੍ਰਤਪਾਲੈ,
ਉਹ ਜੋ ਦਇਆ ਦਾ ਸੋਮਾ ਹੈ, ਵਾਹਿਗੁਰੂ ਦਇਆ ਦਾ ਘਰ ਹੈ, ਪੁਰਖ ਜੋ ਸਰਬ ਵਿਆਪਕ ਹੈ, ਸਾਰਿਆਂ ਗੁਣਾਂ ਕਰਕੇ ਜੋ ਪੂਰਨ ਹੈ, ਪ੍ਰਤਪਾਲਾ, ਉਹੀ ਸਾਡੇ ਸਾਰਿਆਂ ਦੀ ਹਰ ਇੱਕ ਜੀਵ ਪ੍ਰਤੀ ਪਾਲਣਾ ਕਰ ਰਿਹਾ ਹੈ। ਰਹਾਓ, ਬਿਨਸਤ ਨਾਹੀ ਛੋੜ ਨਾ ਜਾਏ। ਵਾਹਿਗੁਰੂ ਬਿਨਸਦਾ ਨਹੀਂ ਹੈ, ਖਤਮ ਨਹੀਂ ਹੁੰਦਾ ਕਦੇ। ਪਰਮਾਤਮਾ ਸਦੀਵੀ ਹੈ। ਜੋ ਪੈਦਾ ਹੁੰਦਾ ਉਹ ਖਤਮ ਹੁੰਦਾ, ਜੋ ਜੰਮਦਾ ਉਹ ਮਰਦਾ। ਪਰਮਾਤਮਾ ਨਾ ਜੰਮਿਆ, ਨਾ ਕਿਸੇ ਨੇ ਉਹਨੂੰ ਬਣਾਇਆ, ਨਾ ਕਦੇ ਖਤਮ ਹੋਵੇਗਾ। ਅਤੇ ਫਿਰ ਵਾਹਿਗੁਰੂ ਐਸਾ ਵੀ ਨਹੀਂ ਕਿ ਸਾਡੀ ਪ੍ਰੀਤ ਦੀ ਉਹਨੂੰ ਸਿਆਣ ਗਿਆਨ ਨਾ ਹੋਵੇ, ਨਹੀਂ। ਉਹ ਐਸਾ ਸੱਜਣ ਹੈ ਕਿ ਕਦੇ ਛੱਡ ਕੇ ਨਹੀਂ ਜਾਂਦਾ। ਜੇ ਵਾਹਿਗੁਰੂ ਨਾਲ ਪ੍ਰੀਤ ਸਾਡੀ ਲੱਗ ਜਾਏ ਤੇ ਫਿਰ ਵਾਹਿਗੁਰੂ ਛੱਡ ਕੇ ਨਹੀਂ ਜਾਂਦਾ। ਜਹ ਪੇਖਾ ਤਹ ਰਿਹਾ ਸਮਾਏ। ਫਿਰ ਇਹੋ ਜਿਹਾ ਸੱਜਣ ਵੀ ਜਿਹੜਾ ਹੱਠੇ ਪੈਰ ਹਰ ਥਾਂ ਸਦੀਵੀ ਕਾਲ ਹੋਵੇ। ਜਿੱਧਰ ਮੈਂ ਵੇਖਦਾ ਹਾਂ ਉੱਥੇ ਹੀ ਵਾਹਿਗੁਰੂ ਜੀ ਸਮਾਏ ਹੋਏ ਨੇ। ਸੁੰਦਰ ਸੁਗੜ ਚਤੁਰ ਜੀ ਦਾਤਾ, ਬਹੁਤ ਸੁੰਦਰ ਸਰੂਪ ਹੈ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਸੁੰਦਰ ਹੈ ਅਤੇ ਉਹਦੇ ਜਿਹੜੀ ਉਹਨੇ ਸੁੰਦਰਤਾ ਸੰਸਾਰ 'ਚ ਭਰੀ, ਇਹ ਸਾਡਾ ਮਨ ਖਿੱਚਦੀ ਹੈ, ਧੂਪ ਆਉਂਦੀ ਹੈ। ਅਤੇ ਉਹ ਬਣਾਉਣ ਵਾਲਾ, ਇਸ ਸੁੰਦਰਤਾ ਨੂੰ ਬਣਾਉਣ ਵਾਲਾ ਕਿੱਡਾ ਕੁ ਸੁੰਦਰ ਹੋਵੇਗਾ। ਸੁੰਦਰ ਹੈ, ਸੁਘੜ ਯਾਨੀ ਕਿ ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲਾ ਸੁਚੱਜਾ ਹੈ ਅਤੇ ਬੜਾ ਸਚਾਰਾ ਹੈ। ਚਤੁਰ, ਚਤੁਰਦਾਨਾ ਹੈ, ਬਹੁਤ ਸਿਆਣਾ ਹੈ। ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲਾ, ਬਹੁਤ ਚਤੁਰ ਸਿਆਣਾ। ਕੋਈ ਅਣਜਾਣ ਬੇਸਮਝ ਨਹੀਂ ਹੈ ਵਾਹਿਗੁਰੂ ਵੀ ਅਸੀਂ ਪ੍ਰੀਤ ਕਰੀਏ ਅਤੇ ਉਹਨੂੰ ਸਾਡੀ ਸਿਆਣ ਗਿਆਨੀ ਨਾ ਹੋਵੇ, ਨਹੀਂ। ਉਹ ਚਤੁਰ ਹੈ, ਸਭ ਕੁਝ ਜਾਣਨ ਵਾਲਾ ਸਿਆਣਾ ਹੈ। ਜੀ ਦਾਤਾ, ਜਿੰਦ ਦਾ ਦਾਤਾ ਹੈ। ਸਾਡੀ ਜਿੰਦ ਸਰੀਰ 'ਚ ਪਾਉਣ ਵਾਲਾ ਉਹੀ ਹੈ। ਅਤੇ ਜੀ ਦਾਤਾ, ਜੀ ਦਾਨ ਦੇਣ ਵਾਲਾ, ਆਤਮ ਦਾਨ, ਆਤਮ ਗਿਆਨ ਦਾ ਦਾਨ ਦੇਣ ਵਾਲਾ ਵੀ ਵਾਹਿਗੁਰੂ ਦਾਤਾ ਹੈ। ਭਾਈ ਪੂਤ ਪਿਤਾ ਪ੍ਰਭ ਮਾਤਾ, ਉਹ ਪ੍ਰਭੂ ਪਰਮਾਤਮਾ ਇੰਝ ਸਹਾਈ ਹੈ ਜਿਵੇਂ ਸਕੇ ਅੰਮਾ ਜਾਏ ਭਰਾ। ਭਰਾਵਾਂ ਦੀ ਨਿਆਈ ਸਹਾਈ ਹੈ। ਜਿਵੇਂ ਪੁੱਤ ਬਿਰਧ ਅਵਸਥਾ ਸਾਡੀ ਮਦਦ ਕਰਦੇ ਨੇ। ਪੁੱਤਰ ਇਸ ਵਾਸਤੇ ਹੁੰਦਾ ਨਾ ਵੀ ਬਿਰਧ ਹੋ ਜਾਈਏ ਅਤੇ ਸਾਡੀ ਸੇਵਾ ਕਰਨ, ਸਤਿਕਾਰ ਇੱਜ਼ਤ ਕਰਨ। ਉਹ ਇੰਝ ਪੁੱਤਰਾਂ ਦੀ ਨਿਆਈ ਬਿਰਧ ਅਵਸਥਾ 'ਚ ਵੀ ਆਪਣੇ ਪਿਆਰਿਆਂ ਦੀ ਪ੍ਰਤਪਾਲਾ ਕਰਨ ਵਾਲਾ। ਔਰ ਇਸੇ ਤਰ੍ਹਾਂ ਪਿਤਾ ਸਰੂਪ ਵੀ ਹੈ। ਜਿਵੇਂ ਪਿਤਾ ਬਾਹਰੋਂ ਵਸਤੂ ਪਦਾਰਥ ਲਿਆ ਕੇ ਧੀਆਂ ਪੁੱਤਰਾਂ ਨੂੰ ਛਕਾਉਂਦਾ, ਅਤੇ ਮਾਤਾ ਜਿਵੇਂ ਪ੍ਰਤਪਾਲਾ ਕਰਦੀ ਹੈ ਜਨਮ ਤੋਂ ਲੈ ਕੇ ਵੱਡੇ ਕਰਨ ਤੱਕ। ਇਸ ਤਰ੍ਹਾਂ ਪਰਮਾਤਮਾ ਮਾਤਾ ਪਿਤਾ ਦੀ ਨਿਆਈ ਵੀ ਹੈ, ਪਿਤਾ ਦੀ ਨਿਆਈ, ਮਾਤਾ ਦੀ ਨਿਆਈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੈ ਬਾਲਕ। ਜੀਵਨ ਪ੍ਰਾਣ ਆਧਾਰ ਮੇਰੀ ਰਾਸ, ਉਹ ਮੇਰਾ ਆਤਮਿਕ ਜੀਵਨ ਹੈ। ਉਹ ਪ੍ਰਾਣ ਸਵਾਸਾਂ ਦੀ ਨਿਆਈ ਸੱਚੇ ਪਾਤਸ਼ਾਹ ਹੈ। ਆਤਮਿਕ ਜੀਵਨ ਉਹਦੇ ਆਸਰੇ ਹੈ। ਅਤੇ ਪ੍ਰਾਣ ਆਧਾਰ, ਜਾਂ ਜੇ ਕਹਿ ਲਓ ਪ੍ਰਾਣਾਂ ਦਾ ਆਧਾਰ, ਜੀਵਨ ਦਾ ਵੀ ਆਧਾਰ ਹੈ, ਪ੍ਰਾਣ ਸਵਾਸਾਂ ਦਾ ਵੀ ਆਧਾਰ ਹੈ। ਅਤੇ ਮੇਰੀ ਰਾਸ ਪੂੰਜੀ ਸਰਮਾਇਆ ਉਹ ਵਾਹਿਗੁਰੂ ਹੀ ਹੈ। ਪ੍ਰੀਤ ਲਾਈ ਕਰ ਹਿਰਦੈ ਨਿਵਾਸ, ਉਸ ਵਾਹਿਗੁਰੂ ਨੇ ਹਿਰਦੇ 'ਚ ਨਿਵਾਸ ਕਰਕੇ ਨਾ, ਮੇਰੇ ਹਿਰਦੇ 'ਚ ਵਾਸਾ ਕਰਕੇ ਆਪਣੀ ਪ੍ਰੀਤ ਵੀ ਆਪ ਹੀ ਲਾਈ ਹੋਈ ਹੈ। ਮੇਰੇ ਹਿਰਦੇ ਨੂੰ, ਮਨ ਨੂੰ ਹੋਰ ਪਾਸੇ ਜਾਣ ਨਹੀਂ ਦਿੰਦਾ। ਉੱਥੇ ਹਿਰਦੇ 'ਚ ਆਪਣਾ ਨਿਵਾਸ ਕੀਤਾ, ਉੱਥੇ ਖਿਆਲ ਫੁਰਨੇ, ਵਿਚਾਰ ਵਿਕਾਰ ਨਹੀਂ ਫੁਰਨ ਦਿੰਦਾ। ਮਾਇਆ ਸਿਲਕ ਕਾਟੀ ਗੋਪਾਲ, ਸ੍ਰਿਸ਼ਟੀ ਦੇ ਪਾਲਕ ਪਰਮਾਤਮਾ ਨੇ ਮੇਰੇ ਗਲ ਵਿੱਚ ਜਿਹੜੀ ਮਾਇਆ ਦੀ ਫਾਹੀ ਪਈ ਹੋਈ ਸੀ, ਜਿਹੜੀ ਮਾਇਆ ਉਸਨੇ ਰਚੀ ਆ, ਇਹਦੇ 'ਚ ਸਾਡਾ ਚਿੱਤ ਜੂ ਪਰਚਿਆ ਆ। ਦ੍ਰਿਸ਼ਮਾਨ ਪ੍ਰਪੰਚ ਵਿੱਚ ਇਹ ਫਾਹੀ ਪਈ ਹੋਈ ਹੈ। ਮਾਇਆ ਮੋਹ ਦੀ ਜਿਹੜੀ ਫਾਹੀ ਸੀ, ਉਸ ਗੋਪਾਲ ਪਰਮਾਤਮਾ ਨੇ ਆਪ ਹੀ ਬਖਸ਼ਿਸ਼ ਕਰਕੇ ਕੱਟ ਦਿੱਤੀ ਹੈ। ਕਰ ਆਪਣਾ ਲੀਨੋ ਨਦਰ ਨਿਹਾਲ, ਆਪਣੀ ਮਿਹਰ ਦ੍ਰਿਸ਼ਟੀ ਨਾਲ ਵੇਖ ਕੇ, ਨਿਹਾਲ ਕਰਕੇ, ਦੁੱਖਾਂ ਤੋਂ ਰਹਿਤ ਕਰਕੇ ਮੈਨੂੰ ਕਰ ਆਪਣਾ ਲੀਨੋ, ਆਪਣਾ ਬਣਾ ਕੇ ਆਪਣੇ 'ਚ ਲੀਨ ਹੀ ਕਰ ਲਿਆ। ਸਿਮਰ ਸਿਮਰ ਕਾਟੇ ਸਭ ਰੋਗ, ਐਸੇ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਅਸੀਂ ਆਪਣੇ ਸਾਰੇ ਰੋਗ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਜਿਹੜੇ ਰੋਗ ਚੰਬੜੇ ਹੋਏ ਸੀ, ਹਉਮੈ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਇਹ ਸਾਰੇ ਰੋਗ ਹੀ ਤਾਂ ਚੰਬੜੇ ਹੋਏ ਸਨ। ਇਹ ਸਾਰੇ ਕੱਟ ਲਏ ਹਨ। ਚਰਨ ਧਿਆਨ ਸਰਬ ਸੁਖ ਭੋਗ, ਵਾਹਿਗੁਰੂ ਦੇ ਚਰਨਾਂ ਦਾ ਜਿਹੜਾ ਧਿਆਨ ਹੈ ਅਤੇ ਸਾਰੇ ਜਿਹੜੇ ਭੋਗਾਂ ਦੇ ਸੁੱਖ ਹਨ, ਇਹ ਸਭ ਕੁਛ ਹੀ ਹੈ। ਜਿਹੜੇ ਸਾਰੇ ਸੁੱਖਾਂ ਦੇ, ਭੋਗਾਂ ਪਦਾਰਥਾਂ ਦੇ ਸੁੱਖ ਹਨ, ਇਹ ਵਾਹਿਗੁਰੂ ਦੇ ਚਰਨਾਂ ਦੇ ਧਿਆਨ ਦੁਆਰਾ ਹੀ ਸਭ ਕੁਝ ਪ੍ਰਾਪਤ ਹੋਇਆ ਹੈ।
ਪਰਮਾਤਮਾ ਦੇ ਚਰਨਾਂ ਦੇ ਧਿਆਨ ਵਿੱਚ ਹੀ ਸਾਰੇ ਸੁੱਖ ਤੇ ਸਾਰੇ ਪਦਾਰਥ ਹਨ। ਪੂਰਨ ਪੁਰਖ ਨਾਵਤਨ ਨਿਤ ਬਾਲਾ, ਪੂਰਨ ਹੈ ਗੁਣਾ ਕਰਕੇ, ਪੁਰਖ ਸਮਾਇਆ ਹੋਇਆ ਵਿਆਪਕ ਹੈ ਸਾਰੇ ਹੀ, ਤੇ ਨਵਤਨ ਨਵੇਂ ਸਰੂਪ 'ਚ ਨਵੀਨ ਰਹਿਣ ਵਾਲਾ, ਤੇ ਨਿਤ ਬਾਲਾ ਨਿਤ ਜਵਾਨ ਰਹਿਣ ਵਾਲਾ ਵਾਹਿਗੁਰੂ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਹਰ ਅੰਤਰ ਬਾਹਰ ਸੰਗ ਰਖਵਾਲਾ। ਹਰੀ ਪਰਮਾਤਮਾ ਅੰਦਰ ਵੀ ਤੇ ਬਾਹਰ ਵੀ ਸਾਡੇ ਸੰਗ ਸਾਥ ਹੋ ਕੇ ਰਖਵਾਲਾ ਬਣ ਕੇ ਰਾਖੀ ਕਰ ਰਿਹਾ ਹੈ, ਰਖਵਾਲਾ ਬਣ ਕੇ ਰੱਖਿਆ ਕਰ ਰਿਹਾ ਹੈ। ਸੋ ਸਾਰੇ ਹੀ ਉਹਦੇ ਅਧੀਨ ਹਨ, ਚਾਹੇ ਵਿਕਾਰ ਹਨ, ਚਾਹੇ ਜਮ ਹਨ, ਦੁਸ਼ਮਣ ਹਨ, ਇਹ ਸਭ ਕੁਛ ਹੀ ਪਰਮਾਤਮਾ ਦੇ ਅਧੀਨ ਹੈ। ਅਤੇ ਜਦੋਂ ਉਹ ਰਖਵਾਲਾ ਬਣ ਜਾਏ ਤਾਂ ਕੋਈ ਲਾਗੂ ਨਹੀਂ ਹੋ ਸਕਦਾ। ਕਹੋ ਨਾਨਕ ਹਰ ਹਰ ਪਦ ਚੀਨ। ਹਜ਼ੂਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਪਦਵੀ ਜਿਹੜੀ ਹੈ ਨਾ, ਪਰਮਾਤਮਾ ਦੇ ਮਿਲਾਪ ਦੀ ਪਦਵੀ, ਇਹ ਪ੍ਰਾਪਤ ਕਰ ਲਈ ਹੈ। ਸਰਬਸ ਨਾਮ ਭਗਤ ਕਉ ਦੀਨ। ਜਿਹੜਾ ਵਾਹਿਗੁਰੂ ਨੇ ਆਪਣਾ ਨਾਮ ਆਪਣੇ ਭਗਤ ਨੂੰ ਬਖਸ਼ਿਆ, ਇਹ ਇਹਦੇ ਵਿੱਚ ਸਰਬਸ ਦਾ ਮਤਲਬ ਸਭ ਕੁਝ ਹੀ ਹੈ। ਸੰਸਾਰ ਦੇ ਤਮਾਮ ਸੁੱਖ, ਤਮਾਮ ਪਦਾਰਥ, ਤਮਾਮ ਬਖਸ਼ਿਸ਼ਾਂ, ਖਜ਼ਾਨੇ ਪਰਮਾਤਮਾ ਨੇ ਉਸ ਨੂੰ ਬਖਸ਼ ਦਿੱਤੇ ਜਿਸ ਭਗਤ ਨੂੰ ਆਪਣਾ ਨਾਮ ਬਖਸ਼ਿਆ ਹੋਇਆ। ਰਾਗ ਗੌੜੀ ਮਾਝ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਮਾਝ ਰਾਗਣੀ ਦੇ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ ਬੀਜ ਰੂਪ ਮੰਗਲ, ਇੱਕੋ ਇੱਕ ਪਰਮਾਤਮਾ ਹੈ। ਓੰਕਾਰ ਸਭਨਾਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ। ਵਾਹਿਗੁਰੂ ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ। ਕਹਿੰਦੇ ਵਾਹਿਗੁਰੂ ਪਰਮਾਤਮਾ ਨੂੰ ਅਣਗਿਣਤ ਲੋਕ ਖੋਜਦੇ ਫਿਰੇ, ਅਣਗਿਣਤ ਹੀ। ਜਿਵੇਂ ਗਿਆਨੀ ਗਿਆਨ ਕਮਾਵੈ, ਧਿਆਨੀ ਧਿਆਨ ਲਾਵੈ, ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਗਤਾ ਇਤਿਆਦਿਕ। ਜਿਵੇਂ ਸ਼ਿਵ ਜੀ ਕੈਲਾਸ਼ ਪਰਬਤ 'ਤੇ 88,000 ਵਰ੍ਹਾ ਕਹਿੰਦੇ ਸਮਾਧੀ ਲਾਈ ਰੱਖਦੇ ਨੇ, ਇਤਿਆਦਿਕ। ਧਿਆਨੀ ਧਿਆਨ ਜੋੜਦੇ ਨੇ, ਗਿਆਨੀ ਗਿਆਨ ਕਮਾਉਂਦੇ ਨੇ। ਕੋਈ ਜੰਗਲਾਂ 'ਚ ਲੱਭਦਾ ਫਿਰਦਾ ਪਰਮਾਤਮਾ ਨੂੰ, ਕੋਈ ਯੋਗਾ ਅਭਿਆਸ ਕਰ ਕਰਕੇ ਲੱਭਦਾ ਫਿਰਦਾ। ਕਹਿੰਦੇ ਅਣਗਿਣਤ ਲੋਕ ਖੋਜਦੇ ਫਿਰੇ, ਪਰਮਾਤਮਾ ਨੂੰ ਲੱਭਦੇ ਫਿਰੇ, ਅੰਤ ਨਾ ਪਾਰੀਆ। ਪਰ ਉਸ ਪਰਮਾਤਮਾ ਦਾ ਨਾ ਅੰਤ ਹੈ, ਨਾ ਪਾਰਾਵਾਰ ਹੈ, ਨਾ ਪਾਰ ਪਾਇਆ ਜਾ ਸਕਦਾ, ਨਾ ਅੰਤ ਪਾਇਆ ਜਾ ਸਕਦਾ ਹੈ। ਸਹੀ ਹੋਏ ਭਗਤ ਜਨਾ ਕਿਰਪਾਰੀਆ। ਕਹਿੰਦੇ ਵਾਹਿਗੁਰੂ ਦੇ ਭਗਤ ਉਹ ਹੀ ਬਣੇ, ਉਹ ਹੀ ਪ੍ਰਵਾਨ ਚੜੇ। ਰੱਬ ਨੂੰ ਜਿਨ੍ਹਾਂ ਦੀ ਭਗਤੀ ਮਨਜ਼ੂਰ ਹੋਈ, ਉਹ ਕੌਣ? ਜਿਨ੍ਹਾਂ ਕਿਰਪਾਰੀਆ। ਰੱਬ ਦੇ ਅਸਲ ਭਗਤ ਉਹ ਹੀ ਹੋਏ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਨੇ ਆਪਣੀ ਕਿਰਪਾ ਕੀਤੀ, ਜਿਨ੍ਹਾਂ ਦੇ ਪਰਮਾਤਮਾ ਨਹੀਂ ਪ੍ਰਸਿੱਧਿਆ, ਪ੍ਰਸੰਨ ਨਹੀਂ ਹੋਇਆ, ਕਿਰਪਾ ਦੇ ਘਰ 'ਚ ਨਹੀਂ ਆਇਆ, ਉਹ ਕੋਈ ਭਗਤ ਨਹੀਂ ਹਨ। ਰਹਾਉ ਵਾਰੀਆ ਹਰ ਵਾਰੀਆ, ਮੈਂ ਕੁਰਬਾਨ ਹਰੀ ਅਕਾਲ ਪੁਰਖ ਤੋਂ ਕੁਰਬਾਨ। ਰਹਾਉ ਸੁਣ ਸੁਣ ਪੰਥ ਡਰਾਓ, ਬਹੁਤ ਭੈ ਹਾਰੀਆ। ਹੇ ਵਾਹਿਗੁਰੂ ਜੀ, ਜਿਹੜਾ ਅਗਲੇ ਜਹਾਨ ਦਾ ਰਸਤਾ ਹੈ ਜਾਂ ਅਗਲਾ ਜੀਵਨ ਦਾ ਸਫ਼ਰ ਹੈ, ਪੰਧ ਹੈ, ਉਸ ਪੰਥ ਨੂੰ ਸੁਣ ਸੁਣ ਕੇ ਕਿ ਬੜਾ ਡਰਾਉਣਾ, ਬੜਾ ਭਿਆਨਕ ਹੈ। ਜਾਂ ਪ੍ਰਲੋਕ ਦਾ ਜੋ ਰਸਤਾ ਹੈ, ਪੰਥ ਰਸਤਾ ਪ੍ਰਲੋਕ ਦਾ, ਅਗਲੇ ਜਹਾਨ ਦਾ, ਕਿ ਉਹ ਬੜਾ ਡਰਾਉਣਾ, ਭੈਦਾਇਕ ਹੈ। ਇਹ ਸੁਣ ਸੁਣ ਕੇ ਬਹੁਤ ਭੈ ਹਾਰੀਆ, ਮੈਂ ਬਹੁਤ ਭੈ ਭੀਤ ਹੋ ਗਿਆ, ਭੈ ਨਾਲ ਹਾਰ ਗਿਆ, ਭੈ ਦੇ ਅੱਗੇ ਹਾਰ ਗਿਆ, ਇੰਨਾ ਭੈ ਪੈ ਗਿਆ। ਮੈਂ ਤੱਕੀ ਓਟ ਸੰਤਾ ਹਾਲੇ ਹੋ ਬਾਰੀਆ। ਅਤੇ ਮੈਂ ਫਿਰ ਮਹਾਰਾਜ ਤੇਰੇ ਸੰਤ ਜਨ ਜਿਹੜੇ ਹਨ ਨਾ, ਪੱਕੇ ਹੋਏ ਸੰਤ, ਪੁੱਜੇ ਹੋਏ ਮਹਾਤਮਾ, ਤੇਰੇ ਨਾਮ ਦੇ ਰੰਗ ਰੰਗੇ ਹੋਏ, ਮੈਂ ਉਹਨਾਂ ਸੰਤ ਜਨਾਂ ਦੀ ਓਟ ਤੱਕ ਲਈ, ਉਹਨਾਂ ਦਾ ਆਸਰਾ ਲੈ ਲਿਆ ਅਤੇ ਬੇਨਤੀ ਕੀਤੀ ਕਿ ਲੈ ਹੋ ਬਾਰੀਆ, ਮੈਨੂੰ ਬਚਾ ਲਿਓ ਜੀ, ਮੈਨੂੰ ਬਚਾ ਲਓ। ਮੋਹਨ ਲਾਲ ਅਨੂਪ ਸਰਬ ਸਾਧਾਰੀਆ। ਉਹਨਾਂ ਰੱਬ ਦੇ ਸੰਤਾਂ ਤੋਂ ਪਤਾ ਲੱਗਾ ਕਿ ਮੋਹਨ ਮਨਾਂ ਨੂੰ ਮੋਹਿਤ ਕਰਨ ਵਾਲਾ, ਲਾਲ ਪਿਆਰਾ, ਅਨੂਪ ਲਾਸਾਨੀ, ਜਿਹਦੇ ਵਰਗਾ ਸੁੰਦਰ ਸਰੂਪ, ਜਿਹਦੀ ਉਪਮਾ ਹੋਰ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ, ਅਤੇ ਸਰਬ ਸਾਰਿਆਂ ਨੂੰ ਸਾਧਾਰੀਆ, ਸਾਰਿਆਂ ਨੂੰ ਆਸਰਾ ਦੇ ਸਹਿਤ ਕਰਨ ਵਾਲਾ, ਆਸਰਾ ਦੇਣ ਵਾਲਾ ਜੋ ਪਰਮੇਸ਼ਰ ਹੈ। ਗੁਰ ਨਿਵ ਨਿਵ ਲਾਗੋਂ ਪਾਏ ਦੇਹੋ ਦਿਖਾਰੀਆ। ਹੈ ਵਾਹਿਗੁਰੂ ਜੀ, ਸਤਿਗੁਰੂ ਮਹਾਰਾਜ ਦੇ ਨਾਲ ਮਿਲਾਪ ਹੋਇਆ ਅਤੇ ਨਿਉ ਨਿਉ ਕੇ ਝੁਕ ਝੁਕ ਕੇ ਮੈਂ ਸਤਿਗੁਰੂ ਦੇ ਚਰਨੀ ਲੱਗਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਮੈਨੂੰ ਉਸ ਮੋਹਨ ਲਾਲ ਨੂੰ ਪਰਮਾਤਮਾ ਦਾ ਦਰਸ਼ਨ ਵਿਖਾ ਦਿਓ ਜੀ। ਹੇ ਵਾਹਿਗੁਰੂ ਜੀ, ਤੁਹਾਡਾ ਦਰਸ਼ਨ
ਸਤਿਗੁਰੂ ਮਹਾਰਾਜ ਵਿਖਾ ਸਕਦੇ ਨੇ। ਇਸ ਕਰਕੇ ਮੈਂ ਝੁਕ ਝੁਕ ਕੇ ਉਹਨਾਂ ਦੇ ਚਰਨੇ ਲੱਗਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ ਦਰਸ਼ਨ ਉਹ ਵਿਖਾ ਦੇਣ। ਮੈਂ ਕੀਏ ਮਿੱਤਰ ਅਨੇਕ ਇੱਕ ਸੋ ਬਲਿਹਾਰੀਆ। ਮੈਂ ਅਨੇਕਾਂ ਮਿੱਤਰ ਸੰਬੰਧੀ ਆਦਿਕ ਜਿਹੜੇ ਸੀ ਉਹਨਾਂ ਨੂੰ ਮਿੱਤਰ ਬਣਾ ਵੇਖਿਆ ਦੁਨੀਆਦਾਰਾਂ ਨੂੰ, ਪਰ ਤੇਰੇ ਵਰਗਾ ਕੋਈ ਵੀ ਨਹੀਂ ਮੈਨੂੰ ਮਿਲਿਆ, ਸੱਚਾ ਮਿੱਤਰ ਨਾ ਮਿਲਿਆ। ਅਤੇ ਇਸ ਕਰਕੇ ਹੁਣ ਇੱਕ ਸੋ ਬਲਿਹਾਰੀ ਆ, ਇੱਕੋ ਇੱਕ ਆਪ ਜੀ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ਜੀ। ਕਿਉਂਕਿ ਸਭ ਗੁਣ ਕਿਸ ਹੀ ਨਾਹੇ ਹਰ ਪੂਰ ਭੰਡਾਰੀਆ। ਹੋਰ ਕਿਸੇ ਵਿੱਚ ਕੋਈ ਵੀ ਵਿਅਕਤੀ ਐਸਾ ਨਹੀਂ ਜਿਹਦੇ ਵਿੱਚ ਸਾਰੇ ਗੁਣ ਹੋਣ, ਕਿਸ ਦੇ ਵਿੱਚ ਵੀ ਸਾਰੇ ਗੁਣ ਨਹੀਂ ਹਨ, ਅਧੂਰਾਪਣ ਨਜ਼ਰ ਨਹੀਂ ਆਉਂਦਾ। ਅਤੇ ਹਰੀ ਅਕਾਲ ਪੁਰਖ ਹੀ ਪੂਰਨ ਭੰਡਾਰਾ ਹੈ, ਪੂਰਿਆ ਹੋਇਆ ਭੰਡਾਰਿਆਂ ਨਾਲ, ਖਜ਼ਾਨਿਆਂ ਨਾਲ। ਹਰੀ ਪਰਮਾਤਮਾ ਹੀ ਪੂਰੇ ਭੰਡਾਰਾਂ ਦਾ, ਖਜ਼ਾਨਿਆਂ ਦਾ ਮਾਲਕ ਹੈ। ਚਹੁ ਦਿਸ ਜਪੀਐ ਨਾਉ ਸੂਖ ਸਵਾਰੀਆ। ਚਹੁੰ ਦਿਸ਼ਾ ਵਿੱਚ ਉਸ ਪਰਮਾਤਮਾ ਦਾ ਹੀ ਨਾਮ ਜਪਿਆ ਜਾ ਰਿਹਾ ਹੈ, ਜੋ ਸੁੱਖਾਂ ਦੇ ਨਾਲ ਸਵਾਰਨ ਵਾਲਾ ਹੈ, ਜੋ ਆਤਮਿਕ ਜੀਵਨ ਸਵਾਰਨ ਵਾਲਾ ਹੈ ਅਤੇ ਆਤਮਿਕ ਸੁੱਖ ਬਖਸ਼ ਕੇ ਅਤੇ ਕਲਿਆਣ ਕਰਨ ਵਾਲਾ ਹੈ। ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ। ਹੇ ਵਾਹਿਗੁਰੂ ਜੀ, ਮੈਂ ਓੜ ਦਾ ਅਰਥ ਹੈ ਓਟ, ਆਹੀ ਮੈਨੇ ਚਾਹੀ। ਇੱਕ ਤੁਹਾਡੀ ਹੀ ਓਟ ਤਕਾਈ ਹੈ, ਤੁਹਾਡੀ ਹੀ ਓਟ ਦੀ ਇੱਛਾ ਰੱਖੀ ਹੈ ਕਿ ਮੈਨੂੰ ਹੋਰ ਓਟ ਆਸਰਾ ਨਹੀਂ ਚਾਹੀਦਾ। ਮੈਂ ਵਾਹਿਗੁਰੂ ਦੀ ਓਟ ਆਹੀ ਚਾਹੀ ਹੈ, ਨਾਨਕ ਬਲਿਹਾਰੀਆ। ਮੈਂ ਤੇਰੇ ਤੋਂ ਹੀ ਬਲਿਹਾਰ ਕੁਰਬਾਨ ਸਦਕੇ ਜਾਂਦਾ। ਗੁਰ ਕਾਢਿਓ ਭੁਜਾ ਪਸਾਰ ਮੋਹ ਕੂਪਾਰੀਆ। ਜਿਹੜਾ ਸੰਸਾਰ ਦਾ ਮੋਹ ਸੀ, ਇਹ ਸੀ ਕੂਪ ਖੂਹ ਦੀ ਨਿਆਈ। ਮੋਹ ਰੂਪੀ ਖੂਹ ਦੇ ਵਿੱਚੋਂ ਸਤਿਗੁਰੂ ਮਹਾਰਾਜ ਨੇ ਆਪਣੀ ਭੁਜਾ ਬਾਂਹ ਲਮਕਾ ਕੇ ਪਸਾਰ ਕੇ ਮੈਨੂੰ ਪਕੜ ਕੇ ਹੱਥ ਤੋਂ ਅਤੇ ਮੈਨੂੰ ਬਾਹਰ ਕੱਢ ਲਿਆ ਹੈ। ਸੋ ਇਸ ਪ੍ਰਕਾਰ ਕਿਰਪਾ ਰੂਪੀ ਬਾਂਹ ਪਸਾਰ ਕੇ ਸੱਚੇ ਪਾਤਸ਼ਾਹ ਨੇ ਆਤਮਿਕ ਕਲਾ ਰੂਪੀ ਬਾਂਹ ਪਸਾਰ ਕੇ ਮੇਰਾ ਮਨ ਰੂਪੀ ਹੱਥ ਪਕੜ ਕੇ ਸੰਸਾਰ ਦੇ ਮੋਹ ਰੂਪ ਖੂਹ ਦੇ ਵਿੱਚੋਂ ਮੈਨੂੰ ਕੱਢ ਲਿਆ ਹੈ। ਮੈਂ ਜੀਤਿਓ ਜਨਮ ਅਪਾਰ ਬਹੁਰ ਨਾ ਹਾਰੀਆ। ਅਪਾਰ ਬੇਅੰਤ ਦੁਰਲੱਭ ਇਹ ਮਨੁੱਖਾ ਜਨਮ ਜਿਹੜਾ ਸੀ, ਇਹ ਹੁਣ ਮੈਂ ਜਿੱਤ ਲਿਆ, ਦੀ ਬਾਜੀ ਜਿੱਤ ਲਈ ਹੈ। ਬਹੁਰ ਨਾ ਹਾਰੀਆ, ਬਹੁਰੋਂ ਦੁਬਾਰਾ ਹੁਣ ਮੈਂ ਹਾਰਾਂਗਾ ਨਹੀਂ। ਇੱਕ ਵਾਰੀ ਜਨਮ ਜਿੱਤ ਲਿਆ ਅਤੇ ਹੁਣ ਵਿਸ਼ੇ ਵਿਕਾਰਾਂ ਦੇ ਜੂਏ 'ਚ ਮੈਂ ਇਸ ਜਨਮ ਨੂੰ ਨਹੀਂ ਹਾਰਾਂਗਾ। ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ। ਜੋ ਅਕਥ ਸਰੂਪ ਹੈ ਪਰਮਾਤਮਾ, ਜਿਹਦਾ ਕਥਨ ਮੁਕੰਮਲ ਤੌਰ 'ਤੇ ਹੋ ਨਹੀਂ ਸਕਦਾ, ਉਸ ਅਕਥ ਪਰਮਾਤਮਾ ਨੂੰ ਕਥਾਰੀਆ ਕਥਨ ਕਰਦਾ ਹਾਂ। ਅਤੇ ਵਾਹਿਗੁਰੂ ਨੂੰ ਜਿਹੜਾ ਕਥਨ ਕਰਨਾ, ਭਾਵ ਜਪਣਾ, ਆਰਾਧਨਾ, ਸਿਫਤਾਂ ਕਰਨੀਆਂ ਹਨ, ਇਹ ਮੈਂ ਸਾਰੇ ਖਜ਼ਾਨੇ ਹੀ ਪ੍ਰਾਪਤ ਕਰ ਲਏ ਹਨ। ਅਕਥ ਸਰੂਪ ਪਰਮਾਤਮਾ ਦੀ ਕਥਨੀ ਕਰਨੀ, ਭਾਵਨਾ ਸਹਿਤ ਵਾਹਿਗੁਰੂ ਨੂੰ ਜਪਣਾ, ਆਰਾਧਨਾ, ਵਡਿਆਈ ਕਰਨੀ, ਗੁਣ ਗਾਉਣੇ, ਇਹ ਮੈਂ ਸਾਰੇ ਖਜ਼ਾਨੇ ਪ੍ਰਾਪਤ ਕੀਤੇ ਹਨ। ਹਰ ਦਰਗਹਿ ਸੋਭਾਵੰਤ ਬਾਂਹ ਲੁਡਾਰੀਆ। ਹਰੀ ਪਰਮਾਤਮਾ ਦੀ ਦਰਗਾਹ ਵਿੱਚ ਮੈਂ ਸੋਭਾ ਵਾਲਾ ਬਣ ਗਿਆ ਹਾਂ ਅਤੇ ਬਾਂਹ ਲੁਡਾਰੀਆ, ਬਾਂਹ ਦਾ ਹਲਾਰਾ ਮਾਰ ਕੇ ਤੁਰਨ ਵਾਲਾ, ਭਾਵ ਬੇਪਰਵਾਹ ਹੋ ਗਿਆ ਹਾਂ, ਮੌਜਾਂ ਮਾਰਨ ਵਾਲਾ ਬਣ ਗਿਆ ਹਾਂ। ਜਨ ਨਾਨਕ ਲੱਧਾ ਰਤਨਾ ਮੋਲ ਅਪਾਰੀਆ। ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਜਨਾਂ ਸੇਵਕਾਂ ਨੇ ਲੱਧਾ ਪ੍ਰਾਪਤ ਕੀਤਾ ਹੈ, ਰਤਨ ਅਮੋਲ ਅਪਾਰੀਆ। ਅਮੋਲਕ ਰਤਨ ਪਰਮੇਸ਼ਰ ਦਾ ਨਾਮ, ਅਪਾਰੀਆ ਬੇਅੰਤ ਸ਼ਕਤੀਆਂ ਵਾਲਾ। ਸੋ ਇਸ ਪ੍ਰਕਾਰ ਅਮੋਲਕ ਅਤੇ ਅਪਾਰ, ਜਿਹਦਾ ਪਾਰ ਹੀ ਨਹੀਂ ਪਾਇਆ ਜਾਂਦਾ, ਕਿੰਨਾ ਕੁ ਮਹਾਨ ਹੈ। ਅਮੋਲਕ ਰਤਨ ਪਰਮੇਸ਼ਰ ਦਾ ਨਾਮ, ਇਹ ਅਸੀਂ ਪ੍ਰਾਪਤ ਕੀਤਾ। ਗੁਰ ਸੇਵਾ ਭੌਜਲ ਤਰੀਆ ਕਹੋ ਪੁਕਾਰੀਆ। ਭਾਈ ਇਸੇ ਕਰਕੇ ਮੈਂ ਪੁਕਾਰ ਕੇ ਲੋਕਾਂ ਨੂੰ ਦੱਸਦਾ ਹਾਂ ਕਿ ਗੁਰਾਂ ਦੀ ਸੇਵਾ ਕਰਕੇ ਭੌਜਲ ਸੰਸਾਰ ਸਮੁੰਦਰ ਨੂੰ ਤਰ ਜਾਈਦਾ ਹੈ। ਗੁਰਾਂ ਦੀ ਸੇਵਾ ਵਿੱਚੋਂ ਸਭ ਕੁਛ ਮਿਲਦਾ ਹੈ ਅਤੇ ਮਨੁੱਖਾ ਜਨਮ ਦਾ ਪ੍ਰਯੋਜਨ ਸੰਸਾਰ ਨੂੰ ਤਰਨਾ ਹੈ। ਇਹ ਗੁਰਾਂ ਦੀ ਸੇਵਾ ਕਰਕੇ ਤਰਿਆ ਜਾਂਦਾ। ਅਸੀਂ ਤਾਂ ਪੁਕਾਰ ਕੇ ਦੱਸ ਰਹੇ ਹਾਂ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਮੁਬਾਰਕ ਬਚਨ ਫਰਮਾਉਂਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮਾਤਮਾ ਓਅੰਕਾਰ, ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ ਅਤੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਜਿਸ ਦਾ ਗਿਆਨ ਪ੍ਰਗਟ ਹੁੰਦਾ। ਹਜ਼ੂਰ ਬਚਨ ਫਰਮਾਉਂਦੇ ਨੇ, ਨਾਰਾਇਣ ਹਰ ਰੰਗ ਰੰਗੋ। ਹੇ ਭਾਈ, ਜੋ ਨਾਰਾਇਣ ਹੈ ਹਰੀ ਅਕਾਲ ਪੁਰਖ, ਦੁੱਖਾਂ ਦਾ ਹਾਰਕ,
ਤੇ ਨਾਂ ਨਹੀਂ ਹੈ ਜਿਸ ਦੇ ਸਰੂਪ ਵਿੱਚ ਅਵਿਦਿਆ ਦੀ ਰਾਇਣ ਰਾਤ, ਜਿਹਦੇ ਵਿੱਚ ਅਵਿਦਿਆ ਨਹੀਂ ਹੈ, ਜੋ ਗਿਆਨ ਸਰੂਪ ਹੈ, ਗਿਆਨ ਦਾ ਚਾਨਣ ਦਿਨ ਰੂਪ ਹੈ। ਐਸਾ ਹਰੀ ਦੁੱਖਾਂ ਦਾ ਹਾਰਕ ਜੋ ਹੈ, ਉਹਦੇ ਪ੍ਰੇਮ ਰੰਗ ਵਿੱਚ ਆਪਣੇ ਮਨ ਦੇ ਤਾਈਂ ਰੰਗੋ। ਮਨ ਰੰਗੋ ਵਡਭਾਗੀਓ, ਗੁਰ ਤੁੱਠਾ ਕਰੇ ਪਸਾਓ। ਜਿਵੇਂ ਬਚਨ ਕੀਤਾ ਹੈ ਵੀ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਹੁਣ ਕੀ ਹੈ, ਇਹ ਤਨ ਹੈ ਮਾਇਆ ਦੀ ਪਾਹ ਵਾਲਾ ਤੇ ਲੱਭ ਦੇ ਰੰਗ ਵਿੱਚ ਤੁਸੀਂ ਰੰਗਿਆ ਹੋਇਆ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜਿਆ ਜਾਏ। ਇਹੋ ਜਿਹਾ ਚੋਲਾ ਮੇਰੇ ਕੰਤ ਨੂੰ ਚੰਗਾ ਹੀ ਨਹੀਂ ਲੱਗਦਾ। ਜੀਵ ਰੂਪ ਇਸਤਰੀ ਉਹਦੀ ਛੇਜ ਤੇ ਕਿਵੇਂ ਜਾ ਸਕਦੀ ਹੈ। ਫਿਰ ਸੱਚੇ ਪਾਤਸ਼ਾਹ ਨੇ ਇਸ ਮਨ ਨੂੰ ਰੰਗਣ ਦਾ ਤਰੀਕਾ ਦੱਸਿਆ। ਕਾਇਆ ਰੰਗਣ ਜੇਥੀਆ ਪਿਆਰ। ਰੰਗਣ ਦਾ ਅਰਥ ਹੈ ਮਟਕੀ। ਇਹ ਕਾਇਆ ਨੂੰ ਮਟਕੀ ਬਣਾਈ ਹੈ। ਪਾਈਆ ਨਾਉ ਮਜੀਠ, ਵਾਹਿਗੁਰੂ ਦੇ ਨਾਮ ਦਾ ਮਜੀਠ ਪਾਈਏ ਰੰਗ ਚਾੜ੍ਹਨ ਲਈ। ਮਜੀਠ ਦੀਆਂ ਜੜ੍ਹਾਂ ਹੁੰਦੀਆਂ, ਉਹ ਪਾਣੀ 'ਚ ਉਬਾਲ ਕੇ ਤੇ ਫਿਰ ਉਹ ਰੰਗ ਚਾੜ੍ਹਿਆ ਜਾਂਦਾ ਕੱਪੜੇ ਨੂੰ, ਉਤਰਦਾ ਨਹੀਂ, ਬੜਾ ਗਾੜਾ ਪੱਕਾ ਰੰਗ ਹੁੰਦਾ। ਸੋ ਹਜ਼ੂਰ ਕਹਿੰਦੇ ਨੇ ਕਾਇਆ ਰੰਗਣ ਜੇਥੀਆ ਪਿਆਰੇ, ਪਾਈਆ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ। ਲਲਾਰੀ ਬਣ ਕੇ ਵਾਹਿਗੁਰੂ ਪਰਮਾਤਮਾ ਜਾਨੀ ਬਖਸ਼ਿਸ਼ ਦੇ ਘਰ 'ਚ ਆਵੇ। ਤੁਸੀਂ ਯਤਨ ਕਰੋ ਰੰਗਣ ਦਾ, ਕਾਇਆ ਨੂੰ ਮਟਕੀ ਬਣਾਓ, ਰੱਬ ਦਾ ਨਾਮ ਜਪੋ, ਤੇ ਜੇ ਉਹ ਬਖਸ਼ਿਸ਼ ਕਰ ਦੇਵੇ, ਤੁੱਠ ਪਵੇ ਵਾਹਿਗੁਰੂ। ਜੇ ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਐਸਾ ਰੰਗ ਚੜ੍ਹੇਗਾ ਜਿਹੜਾ ਕਦੇ ਵੇਖਿਆ ਹੀ ਨਾ ਹੋਵੇ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤੰਨਾ ਕੈ ਪਾਸ। ਜਿਨ੍ਹਾਂ ਦੇ ਚੋਲੇ ਮਨ ਇਸ ਰੰਗ ਵਿੱਚ ਰੰਗੇ ਹੋਏ ਨੇ, ਕੰਤ ਵਾਹਿਗੁਰੂ ਉਹਨਾਂ ਦੇ ਪਾਸ ਹੈ। ਇਸ ਕਰਕੇ ਇੱਥੇ ਵੀ ਉਪਦੇਸ਼ ਦੇ ਰਹੇ ਨੇ ਕਿ ਨਾਰਾਇਣ ਹਰ ਰੰਗ ਰੰਗੋ। ਹਰੀ ਨਾਰਾਇਣ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਆਪਣੇ ਆਪ ਨੂੰ, ਆਪਣੇ ਮਨ ਨੂੰ ਰੰਗ ਲਵੋ। ਕਿਵੇਂ ਜੀ, ਜਪ ਜਿਹਵਾ ਹਰ ਏਕ ਮੰਗੋ। ਇੱਕੋ ਇੱਕ ਹਰੀ ਪਰਮਾਤਮਾ ਨੂੰ ਜੀਭਾ ਜ਼ਬਾਨ ਨਾਲ ਜਪ ਜਪ ਕੇ ਤੇ ਉਸੇ ਦੇ ਨਾਮ ਨੂੰ, ਇਸ ਹਰੀ ਨੂੰ, ਪਰਮਾਤਮਾ ਨੂੰ ਹੀ ਮੰਗੋ। ਨਾਮ ਜਪ ਕੇ ਹੋਰ ਦਾਤਾ ਨਾ ਮੰਗੋ, ਹਰੀ ਅਕਾਲ ਪੁਰਖ ਨੂੰ ਮੰਗੋ। ਪ੍ਰਿਓ ਪ੍ਰਿਓ ਤੇਰਾ ਦਰਸ਼ਨ ਚਾਹੈ, ਪ੍ਰਿਓ ਪ੍ਰਿਓ ਨਾਮ ਤੇਰਾ ਦਰਸ਼ਨ ਚਾਹੈ, ਜੈਸੇ ਦ੍ਰਿਸ਼ਟੋ ਚੰਦ ਚਕੋਰੀ। ਸੋ ਇਸ ਪ੍ਰਕਾਰ ਇੱਕੋ ਹਰੀ ਨੂੰ ਮੰਗੋ। ਰਹਾਓ ਤਜ ਹਉਮੈ ਗੁਰ ਗਿਆਨ ਭਜੋ। ਅੰਦਰੋਂ ਹਉਮੈ ਛੱਡ ਕੇ ਨਾ, ਕਰਤਾਰ ਦੀ ਸ਼ਰਨ ਪੈ ਕੇ, ਸਤਿਗੁਰੂ ਦੀ ਸ਼ਰਨ ਪੈ ਕੇ, ਗੁਰੂ ਦਾ ਬਖਸ਼ਿਆ ਹੋਇਆ ਜਿਹੜਾ ਗਿਆਨ ਹੈ, ਉਸ ਗਿਆਨ ਦਾ ਭਜਨ ਕਰੋ। ਉਸ ਗਿਆਨ ਨੂੰ ਭਜੋ, ਗਿਆਨ ਦਾ ਭਜਨ ਕਰੋ। ਭਾਵ ਗੁਰੂ ਕੀ ਬਾਣੀ ਦੁਆਰਾ ਭਜਨ ਕਰੋ ਵਾਹਿਗੁਰੂ ਜੀ ਦਾ। ਮਿਲ ਸੰਗਤ ਧੁਰ ਕਰਮ ਲਿਖਿਓ। ਧੁਰੋਂ ਹੀ ਮਸਤਕ ਤੇ ਪ੍ਰਮਾਤਮਾ ਨੇ ਜਿਨ੍ਹਾਂ ਦੇ ਭਾਗ ਲਿਖਿਆ ਹੋਇਆ ਸੀ, ਉਹੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦੇ ਨੇ, ਉਹੀ ਸੰਗਤ ਵਿੱਚ ਮਿਲਦੇ ਨੇ। ਜੋ ਦੀਸੈ ਸੋ ਸੰਗ ਨਾ ਗਇਓ। ਹਜ਼ੂਰ ਕਹਿੰਦੇ ਨੇ ਜਿੱਥੇ ਤੁਸੀਂ ਚਿੱਤ ਲਾਇਆ ਨਾ ਸੰਸਾਰ ਪ੍ਰਪੰਚ ਵਿੱਚ, ਜੋ ਅੱਖਾਂ ਨਾਲ ਦ੍ਰਿਸ਼ਮਾਨ ਪ੍ਰਪੰਚ ਦਿਸ ਰਿਹਾ, ਜੋ ਪਦਾਰਥ ਦਿਸ ਰਹੇ ਨੇ, ਜੇਤੀ ਸਮੱਗਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਣੀ। ਜੋ ਦੀਸਾ, ਜੋ ਦਿਖਾਈ ਦੇ ਰਿਹਾ ਹੈ, ਜੋ ਦੀਸਾ ਜਿਮੀ ਪਰ ਸੋ ਹੋਸੀ ਫਨਾਏ। ਇਹ ਜਨਮ ਸਾਖੀ ਤੁਕਾਂ ਨੇ। ਜੋ ਦਿਸ ਰਿਹਾ ਹੈ ਸੋ ਸੰਗ ਨਾ, ਉਹ ਕੁਝ ਵੀ ਕਿਸੇ ਦੇ ਸੰਗ ਸਾਥ ਨਹੀਂ ਗਿਆ ਅਜੇ ਤੱਕ। ਜਿਹੜਾ ਵੀ ਇਸ ਦੁਨੀਆ 'ਚ ਆਇਆ ਤੇ ਗਿਆ, ਜੋ ਦਿਖਾਈ ਦਿੰਦਾ ਸੀ ਪਦਾਰਥ, ਉਹ ਨਾਲ ਨਾ ਗਿਆ। ਸਾਕਤ ਮੂੜ ਲੱਗੇ ਪਚ ਮੋਇਓ। ਸਾਕਤ ਪਰਮਾਤਮਾ ਤੋਂ ਬੇਮੁਖ, ਸ਼ਕਤੀ ਮਾਇਆ ਦੇ ਉਪਾਸ਼ ਜੋ ਬੇਮੁਖ ਹਨ, ਮਨਮੁਖ ਹਨ, ਉਹ ਮੂੜ ਮੂਰਖ ਨੇ। ਜਿਹੜੇ ਲੱਗ ਗਏ ਦ੍ਰਿਸ਼ਮਾਨ ਪ੍ਰਪੰਚ ਦੇ ਪਦਾਰਥਾਂ ਵਿੱਚ, ਪਚ ਖੁਆਰ ਹੋ ਕੇ ਆਤਮਿਕ ਜੀਵਨ ਵੱਲੋਂ ਉਹ ਮਰ ਗਿਆ। ਉਹ ਜੀਵ ਮਰ ਗਿਆ, ਉਹਨੂੰ ਆਤਮਿਕ ਜੀਵਨ ਨਹੀਂ ਮਿਲਿਆ। ਖੁਆਰ ਹੋ ਕੇ ਇਹਨਾਂ ਪਦਾਰਥਾਂ 'ਚ ਉਲਝ ਉਲਝ ਕੇ ਮੂੜ ਮੂਰਖ ਮਰ ਗਿਆ, ਆਤਮਿਕ ਜੀਵਨ ਬਰਬਾਦ ਹੋ ਗਿਆ। ਮੋਹਨ ਨਾਮ ਸਦਾ ਰਵ ਰਹਿਓ। ਜਿਸ ਪਰਮੇਸ਼ਰ ਦਾ ਨਾਮ ਜਪਣ ਦੀ ਅਸੀਂ ਪ੍ਰੇਰਨਾ ਦੇ ਰਹੇ ਹਾਂ, ਉਹ ਭਗਤਾਂ ਦੇ ਮਨਾਂ ਨੂੰ ਮੋਹਿਤ ਕਰਨ ਵਾਲਾ ਮੋਹਨ ਜੋ ਪਰਮੇਸ਼ਰ ਹੈ, ਉਸ ਦਾ ਨਾਮ ਹਰ ਥਾਂ ਹੀ ਵਿਆਪਕ ਹੋ ਰਿਹਾ ਹੈ। ਨਾਮ ਕੋਈ ਛੁਪਿਆ ਹੋਇਆ ਨਹੀਂ ਹੈ। ਕੋਟ ਮੱਧੇ ਕਿਨੇ ਗੁਰਮੁਖ ਲਿਓ। ਪਰ ਹਜ਼ੂਰ ਕਹਿੰਦੇ ਨੇ ਉਸ ਨਾਮ ਦੀ ਪ੍ਰਾਪਤੀ ਕਿਸੇ ਵਿਰਲੇ ਕਰੋੜਾਂ ਵਿੱਚੋਂ ਇੱਕ ਅੱਧੇ ਨੇ ਗੁਰਾਂ ਦੇ ਸਨਮੁਖ ਹੋ ਕੇ ਪ੍ਰਾਪਤ ਕੀਤੀ ਹੈ। ਉਸ ਨਾਮ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਜਿਹੜੇ ਕੋਈ ਗੁਰਮੁਖ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ।
ਹਰ ਸੰਤਨ ਕਰ ਨਮੋ ਨਮੋ। ਇਸ ਕਰਕੇ ਭਾਈ ਜਿਨ੍ਹਾਂ ਨੇ ਉਹ ਪ੍ਰਾਪਤੀ ਕੀਤੀ ਹੈ ਨਾ, ਜਿਹੜੇ ਹਰੀ ਦੇ ਸੰਤ ਨੇ, ਉਹਨਾਂ ਨੂੰ ਨਮਸਕਾਰ ਨਮਸਕਾਰ ਕਰੋ। ਵੱਡੀ ਦਾਤ ਜਿਨ੍ਹਾਂ ਦੇ ਪਾਸ ਹੈ, ਜਿਨ੍ਹਾਂ ਕਰੋੜਾਂ ਵਿੱਚੋਂ ਵਿਰਲਿਆਂ ਟਾਵਿਆਂ ਰੱਬ ਦੇ ਪਿਆਰਿਆਂ ਨੇ ਕੋਟ ਮੱਧੇ ਕੋਈ ਸੰਤ ਦਿਖਾਇਆ, ਨਾਨਕ ਤਿਨ ਕੈ ਸੰਗ ਤਰਾਇਆ। ਕੋਟ ਮੱਧੇ ਕੋ ਬਿਰਲਾ ਸੇਵਕ, ਹੋਰ ਸਗਲੇ ਬਿਵਹਾਰੀ। ਅਸਲੀ ਰੱਬ ਦਾ ਸੇਵਕ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ। ਤੇਰਾ ਜਨ ਏਕ ਆਦ ਕੋਈ। ਐਸਾ ਜਿਹੜਾ ਰੱਬ ਦਾ ਸੰਤ ਹੈ, ਐਸੇ ਜਿਹੜੇ ਸੰਤ ਹਨ ਸੰਸਾਰ ਵਿੱਚ, ਉਹਨਾਂ ਨੂੰ ਨਮੋ ਨਮੋ ਨਮਸਕਾਰ ਮਨ ਕਰਕੇ ਬਾਣੀ ਕਰਕੇ ਕਰੋ। ਨੌ ਨਿਧ ਪਾਵਹਿ ਅਤੁੱਲ ਸੁਖੋ। ਜੇ ਇੰਝ ਕਰੋਗੇ ਤੇ ਫਿਰ ਉਹਨਾਂ ਨੂੰ ਨਮਸਕਾਰਾਂ ਕਰਨ ਦਾ ਫਲ ਇਹ ਹੈ ਕਿ ਤੁਸੀਂ ਵਾਹਿਗੁਰੂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਵੋਗੇ। ਉਹ 9 ਨਿਧਾਂ ਸੰਸਾਰ ਦੇ 9 ਖਜ਼ਾਨੇ ਰੂਪ ਪਰਮੇਸ਼ਰ ਦਾ ਨਾਮ ਹੀ ਹੈ, ਉਹ ਤੁਸੀਂ ਪ੍ਰਾਪਤ ਕਰ ਲਵੋਗੇ ਤੇ ਨਾਮ ਦੀ ਬਦੌਲਤ ਅਤੁੱਲ ਸੁਖ ਪ੍ਰਾਪਤ ਕਰੋਗੇ, ਜਿਹੜੇ ਸੁਖ ਨੂੰ ਤੋਲਿਆ ਹੀ ਨਹੀਂ ਜਾ ਸਕਦਾ। ਹੋਰ ਦੁਨੀਆ ਦੇ ਕਰੋੜਾਂ ਸੁੱਖਾਂ ਨਾਲ ਉਹ ਸੁਖ ਜਿਹੜਾ ਆਤਮਿਕ ਸੁਖ ਆ, ਉਹਨੂੰ ਤੋਲਿਆ ਨਹੀਂ ਜਾ ਸਕਦਾ। ਨੈਣ ਅਲੋਵਾ ਸਾਧ ਜਨੋ। ਭਾਈ ਮੈਂ ਤਾਂ ਆਪ ਇੱਛਾ ਰੱਖਦਾ ਹਾਂ ਕਿ ਜਿਹੜੇ ਰੱਬ ਦੇ ਸਾਧੂ ਜਨ ਨੇ, ਉਹਨਾਂ ਨੂੰ ਮੈਂ ਆਪਣੇ ਨੇਤਰਾਂ ਨਾਲ ਵੇਖਾਂ ਜਾਂ ਵੇਖਦਾ ਹਾਂ। ਹਿਰਦੈ ਗਾਵੋ ਨਾਮ ਨਿਧੋ। ਇਸ ਕਰਕੇ ਭਾਵ ਹੈ ਕਿ ਤੁਸੀਂ ਵੀ ਰੱਬ ਦੇ ਸਾਧੂ ਜਨਾਂ ਨੂੰ ਨੇਤਰਾਂ ਨਾਲ ਵੇਖੋ, ਦਰਸ਼ਨ ਕਰੋ ਭਾਵਨਾ ਸਹਿਤ, ਤੇ ਉਹਨਾਂ ਦੀ ਸੰਗਤ ਕਰਕੇ ਜਿਹੜਾ ਨਾਮ ਖਜ਼ਾਨਾ ਹੈ ਸਾਰੀਆਂ ਰਿੱਧੀਆਂ ਸਿੱਧੀਆਂ ਨਿਧੀਆਂ ਦਾ ਵੱਡਾ ਖਜ਼ਾਨਾ, ਜਿਸ ਖਜ਼ਾਨੇ ਦੀਆਂ ਪ੍ਰਕਰਮਾਂ ਸਾਰੇ ਖਜ਼ਾਨੇ ਕਰਦੇ ਨੇ, ਉਸ ਨਾਮ ਨੂੰ ਹਿਰਦੇ ਕਰਕੇ ਗਾਇਆ ਕਰੋ। ਕਾਮ ਕ੍ਰੋਧ ਲੋਭ ਮੋਹ ਤਜੋ। ਤੇ ਇੰਜ ਨਾਮ ਨਾਲ ਜੁੜੇ ਹੋਏ ਕਾਮ ਵਾਸ਼ਨਾ, ਚਿੱਤ ਦੀ ਤੀਖਣ ਬਿਰਤੀ, ਕ੍ਰੋਧ, ਪਦਾਰਥਾਂ ਨੂੰ ਜਮ੍ਹਾਂ ਕਰਨ ਦਾ ਲੋਭ ਲਾਲਸਾ, ਤੇ ਜਿਹੜਾ ਸਰੀਰਾਂ ਨੂੰ ਸੱਚੇ ਮੰਨ ਕੇ ਮੋਹ ਲਗਾਓ ਹੈ, ਤਜੋ ਛੱਡ ਦਿਓ। ਜਨਮ ਮਰਨ ਦੋਹ ਤੇ ਰਹਿਓ। ਫਿਰ ਜੰਮਣ ਮਰਨ ਜਿਹੜੇ ਦੋ ਨੇ ਨਾ ਸਿਆਪੇ ਗਲ ਪਏ ਹੋਏ, ਜਮ ਜਮ ਮਰੈ ਮਰੈ ਫਿਰ ਜੰਮੈ, ਇਹ ਬਹੁਤ ਸਜਾਏ ਪਿਆ ਦੇਸ ਲੰਮੈ। ਜਿਹਨੇ ਇਹ ਛੱਡ ਦਿੱਤਾ ਨਾ ਮੋਹ, ਉਹ ਜਨਮ ਮਰਨ ਦੋਹ ਤੋਂ ਰਿਹਾ, ਭਾਵ ਬਿਨਾ ਹੋ ਗਿਆ, ਉਹਦਾ ਜੰਮਣਾ ਮਰਨਾ ਮੁੱਕ ਗਿਆ, ਤੁਹਾਡਾ ਵੀ ਮੁੱਕ ਜਾਏਗਾ। ਦੂਹ ਅੰਧੇਰਾ ਘਰ ਤੇ ਮਿਟਿਓ। ਉਹਦੇ ਘਰ ਹਿਰਦੇ ਤੋਂ ਜਿਹੜਾ ਅਗਿਆਨਤਾ ਦਾ ਹਨੇਰਾ ਸੀ, ਤੇ ਅਗਿਆਨਤਾ ਕਰਕੇ ਦੁੱਖ ਸਨ, ਕਿਉਂਕਿ ਜਿਹੜਾ ਅਗਿਆਨ ਹੈ ਇਹ ਦੁੱਖਾਂ ਦਾ ਡੇਰਾ ਹੈ। ਸੋ ਇਸ ਪ੍ਰਕਾਰ ਦੁੱਖ ਤੇ ਹਨੇਰਾ ਗਿਆਨ ਦਾ ਹਿਰਦੇ ਘਰ ਤੋਂ ਮਿਟ ਗਿਆ ਹੈ। ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ। ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਨਿਰਾਵਰਨ ਗਿਆਨ ਹੈ, ਜਿਹੜਾ ਪ੍ਰੋਖ ਗਿਆਨ ਹੈ, ਮਿਟਿਆ ਲੁਕਿਆ ਛੁਪਿਆ ਹੋਇਆ ਗਿਆਨ, ਨਿਰਾਵਰਨ ਗਿਆਨ, ਅੰਦਰਲਾ ਗਿਆਨ, ਜਿਨ੍ਹਾਂ ਦੇ ਹਿਰਦੇ 'ਚੋਂ ਗਿਆਨ ਦ੍ਰਿੜ ਕਰਾਤਾ, ਪਰਪੱਕ ਕਰਾਤਾ, ਮਾਨੋ ਉੱਥੇ ਅੰਧਕਾਰ ਕੋਠੜੀ ਵਿੱਚ ਦੀਵਾ ਜਗ ਪਿਆ ਹੈ। ਉਸ ਹਿਰਦੇ ਦੇ ਅੰਦਰ ਦੀਵਾ ਬਲਿਆ ਹੋਇਆ, ਦੀਵਾ ਗਿਆਨ ਦਾ ਸਤਿਗੁਰਾਂ ਬਾਲ ਦਿੱਤਾ। ਜਿਨ ਸੇਵਿਆ ਸੋ ਪਾਰ ਪਰਿਓ। ਜਿਨ੍ਹਾਂ ਨੇ ਵਾਹਿਗੁਰੂ ਨੂੰ ਸੇਵਿਆ ਸਿਮਰਿਆ ਹੈ, ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਜਿਹਨੇ ਵੀ ਸੇਵਿਆ ਸਿਮਰਿਆ, ਉਹ ਪਾਰ ਹੋ ਗਿਆ ਸੰਸਾਰ ਤੋਂ। ਜਨ ਨਾਨਕ ਗੁਰਮੁਖ ਜਗਤ ਤਰਿਓ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਗੁਰਾਂ ਦੇ ਸਨਮੁਖ ਹੋ ਕੇ ਭਾਈ ਜਗਤ ਤਰਿਆ ਹੈ। ਜਗਤ ਸੰਸਾਰ ਸਮੁੰਦਰ ਤੋਂ ਉਹ ਜੀਵ ਤਰ ਗਿਆ ਹੈ। ਮਹੱਲਾ ਪੰਜਵਾਂ ਗੌੜੀ। ਇੱਥੇ ਸਤਿਗੁਰਾਂ ਨੇ ਮਹੱਲਾ ਪਹਿਲਾਂ ਲਿਖਿਆ, ਰਾਗ ਦਾ ਨਾਮ ਬਾਅਦ 'ਚ। ਇਹ ਸਤਿਗੁਰੂ ਦੀ ਸੁਤੰਤਰਤਾ ਹੈ। ਪੰਜਵੇਂ ਪਾਤਸ਼ਾਹ ਜੀ ਗੌੜੀ ਰਾਗਣੀ ਅੰਦਰ ਅਗਲਾ ਸ਼ਬਦ ਉਚਾਰਦੇ ਹਨ, ਹਰ ਹਰ ਗੁਰ ਗੁਰ ਕਰਤ ਭਰਮ ਗਏ। ਇਹਦੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ, ਸਤਿਗੁਰੂ ਸਤਿਗੁਰੂ, ਗੁਰੂ ਗੁਰੂ ਜਪਦਿਆਂ ਹੋਇਆਂ ਸਾਰੇ ਭਰਮ ਭ੍ਰਾਂਤੀ ਭਟਕਣਾ, ਜਿਹੜਾ ਭੁਲੇਖਾ ਸੀ ਸਾਰਾ, ਇਹ ਚਲਿਆ ਗਿਆ ਹੈ। ਮੇਰਾ ਮਨ ਸਭ ਸੁਖ ਪਾਇਓ। ਮੇਰੇ ਮਨ ਦੇ ਅੰਦਰ ਸਾਰੇ ਸੁਖ ਪ੍ਰਾਪਤ ਹੋ ਗਿਆ। ਹਰ ਤਰ੍ਹਾਂ ਦਾ ਪੂਰਨ ਤੌਰ 'ਤੇ ਆਤਮਿਕ ਸੁਖ ਪਾ ਲਿਆ ਹੈ। ਰਹਾਓ। ਬਲਤੋ ਜਲਤੋ ਤੌਕਿਆ ਗੁਰ ਚੰਦਨ ਸੀਤ ਲਾਇਓ। ਕਹਿੰਦੇ ਪਹਿਲਾਂ ਹਿਰਦਾ ਬਲਦਾ ਸੀ, ਸੜਦਾ ਸੀ, ਬਲਦਾ ਮਚਦਾ, ਜਦੋਂ ਅੱਗ ਮਲਵੇ ਬਲ ਪਈ ਹੈ, ਅਤੇ ਉਹਦੇ ਨਾਲ ਫਿਰ ਸਾੜ ਪੈਂਦਾ। ਕਹਿੰਦੇ ਕਿ ਅਗਿਆਨ ਦੇ ਬਲਣ ਕਰਕੇ ਹਿਰਦਾ ਦੁੱਖਾਂ ਨਾਲ ਸੜਦਾ ਸੀ, ਤਾਂ ਗੁਰੂ ਮਹਾਰਾਜ ਜੀ ਨੇ ਚੰਦਨ ਦਾ ਛਿੜਕਾ ਕੀਤਾ। ਤੌਕਿਆ ਦਾ ਮਤਲਬ ਤੌਂਕ ਦਿੱਤਾ, ਤਰੌਂਕ ਦਿੱਤਾ। ਬਲਤੋ ਜਲਤੋ ਤੌਕਿਆ ਗੁਰ ਚੰਦਨ ਸੀਤ ਲਾਇਓ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਆਨ ਨਾਮ ਦਾ ਚੰਦਨ ਛਿੜਕਿਆ ਤੇ ਹਿਰਦਾ ਸੀਤਲਾਇਓ ਠੰਡਾ ਠਾਰ ਹੋ ਗਿਆ ਹੈ। ਹੁਣ ਅੰਦਰ ਵਿਕਾਰਾਂ ਤ੍ਰਿਸ਼ਨਾ ਦੀ ਅੱਗ ਨਹੀਂ ਬਲਦੀ ਰਹੀ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਦੀ ਪਾਇਓ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਜਿਹੜਾ ਅਗਿਆਨ ਦਾ ਹਨੇਰਾ ਸੀ ਅੰਦਰ, ਉਹ ਮਿਟ ਗਿਆ। ਪਰ ਕਿਵੇਂ ਮਿਟਿਆ? ਜਦੋਂ ਸਤਿਗੁਰੂ ਮਹਾਰਾਜ ਜੀ ਨੇ ਗਿਆਨ ਨੂੰ ਪ੍ਰਕਾਸ਼ਿਤ ਕੀਤਾ, ਗਿਆਨ ਦਾ ਦੀਵਾ ਰੌਸ਼ਨ ਕਰ ਦਿੱਤਾ ਹਿਰਦੇ 'ਚ, ਤਾਂ ਅਗਿਆਨ ਰੂਪ ਹਨੇਰਾ ਜਿਹੜਾ ਪਸਰਿਆ ਸੀ ਕਈ ਜਨਮਾਂ ਜਨਮਾਂਤਰਾਂ ਤੋਂ, ਉਹ ਮਿਟ ਗਿਆ ਹੈ। ਪਾਵਕ ਸਾਗਰ ਗਹਿਰੋ ਚਰ ਸੰਤਨ ਨਾਵ ਤਰਾਇਓ। ਜਿਹੜਾ ਸੰਸਾਰ ਹੈ ਇਹ ਹੈ ਸਾਗਰ, ਪਰ ਅੱਗ ਦਾ ਸਾਗਰ, ਕਿਉਂਕਿ ਸੰਸਾਰ ਸਮੁੰਦਰ ਨੂੰ ਸਤਿਗੁਰਾਂ ਨੇ ਇਸ ਸੰਸਾਰ ਨੂੰ ਸਮੁੰਦਰ ਵਰਗਾ ਵੀ ਕਥਨ ਕੀਤਾ, ਤੇ ਅੱਗ ਦਾ ਸਮੁੰਦਰ ਵੀ ਕਹਿ ਰਹੇ ਨੇ, ਤੇ ਅੱਗ ਦਾ ਖੂਹ ਵੀ ਕਹਿ ਰਹੇ ਨੇ, ਤੇ ਜ਼ਹਿਰ ਦਾ ਖੂਹ ਵੀ ਕਿਹਾ ਸਤਿਗੁਰਾਂ। ਸੰਸਾਰ ਵਿਖਿਆ ਕੂਪ, ਤਮ ਅਗਿਆਨ ਮੋਹਤ ਕੂਪ। ਪਾਵਕ ਸਾਗਰ ਗਹਿਰੋ ਇੱਥੇ ਕਹਿ ਰਹੇ ਨੇ ਸਤਿਗੁਰੂ ਮਹਾਰਾਜ। ਤੇ ਇਸੇ ਤਰ੍ਹਾਂ ਇਸ ਸੰਸਾਰ ਨੂੰ ਜੰਗਲ ਵੀ ਕਿਹਾ ਹਜੂਰ ਨੇ। ਸੋ ਇਸ ਪ੍ਰਕਾਰ ਅਨੇਕਾਂ ਤਸ਼ਬੀਹਾਂ ਦਿੱਤੀਆਂ ਹਨ ਹਜੂਰ ਨੇ। ਇੱਥੇ ਵੀ ਹਜੂਰ ਫਰਮਾ ਰਹੇ ਨੇ ਕਿ ਅੱਗ ਦਾ ਸਾਗਰ ਸੀ, ਬਹੁਤ ਗਹਿਰਾ, ਬਹੁਤ ਡੂੰਘਾ, ਜਿਹਦੇ ਵਿੱਚੋਂ ਬਚ ਨਿਕਲਣਾ ਮੁਸ਼ਕਿਲ ਸੀ। ਕਿਵੇਂ ਤਰੇ? ਚਰ ਸੰਤਨ ਨਾਵ ਤਰਾਇਓ। ਸੰਤ ਜਨਾਂ ਦੀ ਸੰਗਤ ਰੂਪ ਨਾਵ ਬੇੜੀ ਤੇ ਚੜ੍ਹ ਕੇ, ਬੇੜੀ ਤੇ ਚੜ੍ਹਾਇਆ ਸਾਨੂੰ ਵਾਹਿਗੁਰੂ ਨੇ। ਸੰਤ ਜਨਾਂ ਦੀ ਸੰਗਤ ਜਿਹੜੀ ਸੀ, ਸੰਤ ਜਨਾਂ ਰੂਪ ਨਾਵ ਬੇੜੀ ਤੇ ਚੜ੍ਹ ਕੇ ਤਰਾਇਓ। ਇਹ ਸੰਸਾਰ ਜਿਹੜਾ ਸੀ ਅੱਗ ਦਾ ਸਾਗਰ, ਅਸੀਂ ਤਰ ਲਿਆ। ਨਾ ਹਮ ਕਰਮ ਨਾ ਧਰਮ ਸੁਚ, ਪ੍ਰਭ ਗਹਿ ਪੂਜਾ ਆਪਾਇਓ। ਨਾਨਕ ਸਾਡੇ ਜੀਵਨ ਵਿੱਚ ਧਾਰਮਿਕ ਕਰਮ ਸਨ ਬਹੁਤੇ, ਸੋ ਨਾ ਧਰਮ ਸੀ। ਸੋ ਇਸ ਪ੍ਰਕਾਰ ਨਾ ਹਮ ਕਰਮ ਨਾ ਧਰਮ ਸੁਚ, ਤੇ ਨਾ ਪਵਿੱਤਰਤਾ ਸੀ। ਪ੍ਰਭ ਗਹਿ ਪੂਜਾ ਆਪਾਇਓ। ਪ੍ਰਭੂ ਅਕਾਲ ਪੁਰਖ ਨੇ ਮੇਰੀ ਬਾਂਹ ਫੜ ਕੇ ਆਪਾਇਓ, ਆਪਣੇ ਵੱਲ ਖਿੱਚ ਲਿਆ, ਅਪਣਾ ਲਿਆ, ਆਪਣਾ ਬਣਾ ਲਿਆ ਹੈ। ਭਉ ਖੰਡਨ ਦੁਖ ਭੰਜਨੋ। ਸਾਰੇ ਡਰਾਂ ਨੂੰ ਖੰਡਨ ਨਾਸ ਕਰਨ ਵਾਲਾ, ਤੇ ਸਾਰੇ ਦੁੱਖਾਂ ਨੂੰ ਭੰਨਣ ਵਾਲਾ। ਭਗਤ ਵਸ਼ਲ ਹਰ ਨਾਇਓ। ਭਗਤੀ ਨਾਲ ਵਾਤਸਲ ਨਿਰਛਿਤ ਪਿਆਰ ਕਰਨ ਵਾਲਾ ਜੋ ਹਰੀ ਹੈ, ਉਹਦਾ ਨਾਮ ਹੈ। ਉਹਦਾ ਨਾਮ ਸਾਨੂੰ ਪ੍ਰਾਪਤ ਹੋਇਆ। ਹਰੀ ਦਾ ਨਾਮ ਹੀ ਸਾਰੇ ਡਰਾਂ ਨੂੰ ਨਾਸ ਕਰਨ ਵਾਲਾ, ਸਾਰੇ ਦੁੱਖਾਂ ਨੂੰ ਭੰਨ ਦੇਣ ਵਾਲਾ, ਨਾਸ ਕਰਨ ਵਾਲਾ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਤੇ ਭਗਤੀ ਨਾਲ ਵਾਤਸਲ ਨਿਰਛਿਤ ਪਿਆਰ ਕਰਨ ਵਾਲਾ ਹੈ। ਵਾਹਿਗੁਰੂ ਦੇ ਨਾਮ ਦੁਆਰਾ ਪਰਮਾਤਮਾ ਅਕਾਲ ਪੁਰਖ ਸਾਡੇ ਨਾਲ ਪਿਆਰ ਕਰਨ ਲੱਗ ਪੈਂਦਾ। ਇਸ ਕਰਕੇ ਨਾਮ ਹੀ ਭਗਤ ਵਸ਼ਲ ਹੋਇਆ। ਅਨਾਥ ਨਾਥ ਕਿਰਪਾਲ ਦੀਨ, ਸਮ੍ਰਿਥ ਸੰਤ ਓਟਾਇਓ। ਵਾਹਿਗੁਰੂ ਜੀ ਅਨਾਥਾਂ ਯਤੀਮਾਂ ਦੇ ਨਾਥ ਮਾਲਕ ਹਨ। ਕਿਰਪਾਲ ਦੀਨ, ਜਿਹੜੇ ਦੀਨ ਆਜ਼ਿਜ਼ ਨਿਮਾਣੇ ਗਰੀਬ ਹੋਣ, ਢਹਿ ਪੈਣ ਵਾਲੇ ਹੋਣ, ਉਹਨਾਂ ਤੇ ਕਿਰਪਾਲੂ ਹੋਣ ਵਾਲੇ। ਸਮਰੱਥ, ਸਭ ਕੁਛ ਕਰਨ ਦੀ ਸਮਰੱਥਾ ਜਿਨ੍ਹਾਂ ਦੇ ਪਾਸ ਹੈ। ਤੇ ਸੰਤ ਓਟਾਇਓ, ਸੰਤ ਜਨਾਂ ਦੀ ਓਟ, ਸਹਾਰਾ ਰੂਪ, ਆਸਰਾ ਰੂਪ ਵਾਹਿਗੁਰੂ ਜੀ ਹਨ। ਨਿਰਗੁਣੀ ਆਰੇ ਕੀ ਬੇਨਤੀ, ਦੇਹੋ ਦਰਸ ਹਰ ਰਾਇਓ। ਐਸੇ ਵਾਹਿਗੁਰੂ ਦੇ ਚਰਨਾਂ 'ਚ ਹਜੂਰ ਕਹਿੰਦੇ ਇੰਝ ਬੇਨਤੀ ਕਰਨੀ ਚਾਹੀਦੀ ਕਿ ਹੇ ਮਹਾਰਾਜ, ਮੈਂ ਹਾਂ ਨਿਰਗੁਣਾ, ਗੁਣਾ ਤੋਂ ਸਖਣਾ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਮੋਹੇ ਨਿਰਗੁਣ ਜੀਓ, ਸਭ ਗੁਣ ਤੇਰੇ, ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਲਾਹੀ। ਫਿਰ ਬਜਨਾ ਗੁਣ ਅਵਗੁਣ ਮੇਰਾ ਕਛ ਕਿਛ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਗੁਣ ਸਾਡੇ 'ਚ ਆਈ ਕੋਈ ਨਹੀਂ ਸੀ, ਅਵਗੁਣਾਂ ਦੀ ਵਿਚਾਰ ਹੀ ਨਹੀਂ ਵਾਹਿਗੁਰੂ ਨੇ ਕੀਤੀ। ਸਾਡੇ ਗੁਣ ਤੇ ਅਵਗੁਣ ਨਹੀਂ ਵੇਖੇ ਵੀ ਕਿੰਨੇ ਗੁਣ ਹਨ ਤੇ ਕਿੰਨੇ ਅਵਗੁਣ। ਗੁਣ ਤਾਂ ਸਾਡੇ 'ਚ ਹੈ ਹੀ ਕੋਈ ਨਹੀਂ ਸੀ। ਅਵਗੁਣਾਂ ਦੀ ਗਿਣਤੀ ਮਿਣਤੀ ਵਾਹਿਗੁਰੂ ਕਰਦੇ, ਫਿਰ ਅਸੀਂ ਤਾਰੀ ਨਹੀਂ ਸੀ ਸਕਦੇ। ਪਰ ਵਾਹਿਗੁਰੂ ਜੀ ਨੇ ਸਾਰੇ ਅਵਗੁਣ ਬਖਸ਼ ਦਿੱਤੇ। ਗੁਣਾਂ ਤੋਂ ਸਖਣਿਆਂ ਦੀ ਬੇਨਤੀ ਹੈ। ਹੇ ਹਰੀ ਰਾਜਾ ਰੂਪ, ਦੇਹੋ ਦਰਸ ਹਰ ਰਾਇਓ। ਹੇ ਹਰੀ ਰਾਜਾ, ਸੰਸਾਰ ਦੇ ਮਾਲਕ ਵਾਹਿਗੁਰੂ ਜੀ, ਆਪਣਾ ਦਰਸ਼ਨ ਬਖਸ਼ੋ। ਨਾਨਕ ਸਰਨ ਤੁਹਾਰੀ ਠਾਕੁਰ, ਸੇਵਕ ਦੁਆਰਾ ਆਇਓ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਡੀ ਬਾਂਹ ਫੜ ਕੇ ਸਾਨੂੰ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਹਜੂਰ। ਕਹੋ ਇੰਝ ਕਿ ਹੇ ਠਾਕੁਰ ਅਕਾਲ ਪੁਰਖ ਜੀ, ਮੈਂ ਸੇਵਕ ਬਣ ਕੇ ਤੁਹਾਡੇ ਦਰਵਾਜ਼ੇ 'ਤੇ ਆਇਆ ਹਾਂ ਤੇ ਤੁਹਾਡੀ ਸ਼ਰਨ ਵਿੱਚ ਪਿਆ ਸੱਚੇ ਪਾਤਸ਼ਾਹ। ਸੋ ਹੋਰ ਮੈਂ ਕੁਛ ਕਰ ਨਹੀਂ ਸਕਦਾ।
ਮੇਰੇ 'ਚ ਕੁਝ ਸਮਰੱਥਾ ਨਹੀਂ, ਮੈਂ ਤਰ ਨਹੀਂ ਸਕਦਾ। ਤੁਸੀਂ ਸਰਬ ਕਲਾ ਸਮਰੱਥ ਹੋ, ਸ਼ਰਨ ਆਇਆਂ ਨੂੰ ਸ਼ਰਨ ਦੇਣ ਵਾਲੇ ਹੋ। ਮੈਂ ਸੇਵਕ ਬਣ ਕੇ ਸੱਚੇ ਪਾਤਸ਼ਾਹ ਠਾਕੁਰ ਸ੍ਰਿਸ਼ਟੀ ਦੇ ਮਾਲਕ ਜੀ ਤੁਹਾਡੀ ਸ਼ਰਨ ਵਿੱਚ ਤੁਹਾਡੇ ਦਰਵਾਜ਼ੇ ਤੇ ਆ ਕੇ ਡਿੱਗਾ ਹਾਂ ਤੇ ਸ਼ਰਨ 'ਚ ਪਿਆ ਹੋਇਆ ਹਾਂ। ਸ਼ਰਨ ਤੇਰੀ ਮੋਹ ਕੋ ਨਿਸਤਾਰ, ਤਰਾਹੇ ਤਰਾਹੇ ਕਰ ਸਰਨੀ ਆਏ, ਜਲ ਤੋ ਕਿਰਪਾ ਕੀਜੈ। ਇਹੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਵਿਧਾਨ ਹੈ, ਸਿਧਾਂਤ ਹੈ, ਭਗਤੀ ਹੈ। ਇਹ ਤਰੀਕਾ ਭਗਤੀ ਦਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੈ ਕਿ ਗਰੀਬੀ ਧਾਰ ਕੇ ਹਮੇਸ਼ਾ ਵਾਹਿਗੁਰੂ ਜੀ ਦੀ ਸ਼ਰਨ ਪੈ ਕੇ ਰਹਿਣਾ ਤੇ ਟੇਕ ਊਟ ਵਾਹਿਗੁਰੂ ਦੇ ਉੱਪਰ ਰੱਖਣੀ, ਇਹੀ ਸਾਧਨ ਕਰਨ। ਇਹ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਇੱਥੋਂ ਤੱਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਉਚਾਰਨ ਕੀਤੀਆਂ 14 ਅਸ਼ਟਪਦੀਆਂ ਹੋਈਆਂ ਹਨ। ਇਸ ਤੋਂ ਅੱਗੇ ਜੋ ਸਤਿਗੁਰੂ ਜੀ ਵਿਚਾਰ ਬਖਸ਼ਿਸ਼ ਕਰਨਗੇ ਆਪ ਸਰਵਣ ਕਰੋਗੇ। ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸੰਬੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।